ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ। ਅੱਜ ਜੋ ਕੁਝ ਵੀ ਪੰਜਾਬ 'ਚ ਭਾਰਤ ਭਰ ਦੇ ਵਿੱਚ ਹੋ ਰਿਹਾ ਆ ਉਹਦੇ 'ਤੇ ਉਹ ਐਨਾਲਿਸਿਸ ਕਰਦੇ ਨੇ, ਉਸੇ ਹੀ ਉਹ ਗੱਲਬਾਤ ਕਰਨਗੇ ਕਿ ਕੀ ਉੱਥੇ ਤਾਜ਼ਾ ਸਥਿਤੀਆਂ ਬਣੀਆਂ ਹੋਈਆਂ ਨੇ। ਪ੍ਰੋਗਰਾਮ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਿਸ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੋ ਬਸੇਰੇ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ ਤੋਂ। ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਜੀ ਸੁਸ਼ੀਲ ਦਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ 'ਚ ਤੁਹਾਡੇ ਰੂਬਰੂ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਤੇ ਭਾਰਤ ਦੀ ਤਾਜ਼ਾ ਰਾਜਨੀਤਿਕ ਤੇ ਸਮਾਜਿਕ ਹਾਲਾਤ ਤੇ ਆਪਾਂ ਜ਼ਿਕਰ ਕਰਿਆ ਕਰਦੇ ਹਾਂ। ਤੇ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਤਾਂ ਚੋਣਾਂ ਸਿਰ ਤੇ ਪਈਆਂ ਤੇ ਉੱਥੇ ਨਾਲ ਦੀ ਨਾਲ ਕੁਝ ਬਹੁਤ ਹੀ ਅਹਿਮ ਮੁੱਦੇ ਵੀ ਸਾਹਮਣੇ ਆ ਗਏ ਨੇ। ਅਹਿਮ ਮੁੱਦੇ ਹੈਗੇ ਨੇ ਪਰ ਉਹ ਮੁੱਦੇ ਨਿਰੋਲ ਰਾਜਨੀਤਿਕ ਨੇ ਤੇ ਰਣਨੀਤਿਕ ਨੇ। ਜਿਹੜੇ ਲੋਕਾਂ ਦੇ ਮੁੱਦੇ ਹੈ ਉਹ ਥੋੜੇ ਪਿੱਛੇ ਨੂੰ ਚਲੇ ਗਏ ਲੱਗਦੇ ਆ ਇਸ ਸਾਰੇ ਖਿੱਚੋਤਾਣ ਦੇ ਵਿੱਚ। ਸੋ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਉੱਤਰ ਪ੍ਰਦੇਸ਼ ਤੇ ਪੰਜਾਬ 'ਚ ਚੋਣਾਂ ਹੈ ਉਦੋਂ ਭਾਰਤ ਸਰਕਾਰ ਵੱਲੋਂ ਜਿੱਦਾਂ ਨੋਟਬੰਦੀ ਕੀਤੀ ਗਈ ਹੈ, ਇਹ ਆਪਣੇ ਆਪ 'ਚ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਸ 'ਤੇ ਚਰਚਾ ਕਰਾਂਗੇ ਅੱਜ। ਪਰ ਉਸ ਤੋਂ ਵੀ ਪਹਿਲਾਂ ਇਸ ਵੇਲੇ ਜੋ ਹਾਲਾਤ ਬਣੇ ਨੇ, ਸੁਪਰੀਮ ਕੋਰਟ ਦੀ ਜਿਹੜੀ ਨਵੀਂ ਰਾਏ ਆਈ ਹੈ, ਉਹਨਾਂ ਨੇ ਇੱਕ ਰਾਏ ਦਿੱਤੀ ਹੈ ਸੁਪਰੀਮ ਕੋਰਟ ਨੇ ਵੀ ਜਿਹੜੀ ਨਹਿਰ ਹੈ ਸਤਲੁਜ ਯਮੁਨਾ ਲਿੰਕ ਨਹਿਰ, ਉਹਦੀ ਉਸਾਰੀ ਕੀਤੀ ਜਾਵੇ। ਇਸ ਤੋਂ ਬਾਅਦ ਜੋ ਸਿਚੁਏਸ਼ਨ ਕ੍ਰੀਏਟ ਹੋਈ ਹੈ ਰਾਜਨੀਤਿਕ ਤੌਰ ਦੇ ਉੱਤੇ ਤੇ ਸਾਰੀਆਂ ਪਾਰਟੀਆਂ ਨੇ ਰਣਨੀਤਿਕ ਤੌਰ ਤੇ ਜਿਸ ਤਰ੍ਹਾਂ ਦੇ ਸਟੈਂਡ ਲਏ ਨੇ, ਇਹਦੇ ਤੇ ਚਰਚਾ ਅੱਜ ਦੇ ਸਾਡੇ ਖਬਰ ਤੇ ਨਜ਼ਰ ਦੇ ਵਿੱਚ ਇੱਕ ਅਹਿਮ ਮੁੱਦੇ ਵਜੋਂ ਸਾਡੇ ਸਾਹਮਣੇ ਹੈ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਜਿਸ ਤਰ੍ਹਾਂ ਸਾਰਿਆਂ ਨੂੰ ਸਾਨੂੰ ਪਤਾ ਹੀ ਹੈਗਾ ਕਿ ਅੱਜ ਕੱਲ੍ਹ ਜਿਹੜਾ ਮਸਲਾ ਇੱਕ ਵੋਟਾਂ ਦਾ ਹੀ ਤੁਸੀਂ ਦੱਸ ਦਿੱਤਾ, ਉਸ ਨੂੰ ਲੈ ਕੇ ਵੀ ਜਿਹੜੀਆਂ ਗੱਲਾਂ ਜ਼ਿਆਦਾ ਭਖਾਈਆਂ ਜਾਂਦੀਆਂ। SYL ਨਹਿਰ ਦੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਤੇ ਇਸ ਦੇ ਤਾਜ਼ਾ ਤਰੀਨ ਕੀ ਚੱਲ ਰਿਹਾ ਇਸ ਦੇ ਉੱਤੇ। ਬਲਵਿੰਦਰ ਜੀ, ਜਿਵੇਂ ਮੈਂ ਜ਼ਿਕਰ ਕੀਤਾ, ਇਹ ਮੁੱਦਾ SYL ਨਹਿਰ ਦਾ, ਇਸ ਮੁੱਦੇ ਦੇ ਉੱਤੇ ਇੱਕ ਝੋਲਾ ਬੜਾ, ਕਿਉਂਕਿ ਸੁਪਰੀਮ ਕੋਰਟ ਦੀ ਜਿਹੜੀ ਰਾਏ ਹੈ, ਪਹਿਲਾਂ ਮੈਂ ਤੁਹਾਨੂੰ ਦੱਸਦਾ। ਸੁਪਰੀਮ ਕੋਰਟ ਨੇ ਉਹਦੇ 5 ਜੱਜਾਂ ਦੀ ਜਿਹੜੀ ਡਿਵੀਜ਼ਨ ਬੈਂਚ ਹੈ, ਸੰਵਿਧਾਨਕ ਬੈਂਚ, ਉਹਨੇ ਰਾਸ਼ਟਰਪਤੀ ਨੂੰ ਇੱਕ ਰਾਏ ਦਿੱਤੀ ਹੈ, ਭਾਰਤ ਦੇ ਰਾਸ਼ਟਰਪਤੀ ਨੂੰ, ਸਤਲੁਜ ਯਮੁਨਾ ਲਿੰਕ ਨਹਿਰ ਦੇ ਇਸ਼ੂ ਦੇ ਉੱਤੇ। ਸੁਪਰੀਮ ਕੋਰਟ ਦੀ ਇਸ 5 ਮੈਂਬਰੀ ਸੰਵਿਧਾਨਕ ਬੈਂਚ ਨੇ ਕਿਹਾ ਇੱਕ ਰਾਏ ਦੇ ਰੂਪ ਦੇ ਵਿੱਚ ਰਾਸ਼ਟਰਪਤੀ ਹੋਰਾਂ ਨੂੰ ਵੀ ਨਹਿਰ ਦੀ ਉਸਾਰੀ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬ ਸਰਕਾਰ ਦਾ ਜਿਹੜਾ 2004 ਦਾ ਉਹ ਫੈਸਲਾ ਜਿਹੜਾ ਕੈਪਟਨ ਅਮਰਿੰਦਰ ਨੇ ਕੀਤਾ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ 12 ਜੁਲਾਈ 2004 ਨੂੰ, ਵੀ ਉਹ ਜਿਹੜਾ ਫੈਸਲਾ ਹੈ ਉਹ ਫੈਸਲਾ ਗਲਤ ਹੈ, ਜਿਹਦੇ ਵਿੱਚ ਪਾਣੀਆਂ ਦੇ ਸਾਰੇ ਸਮਝੌਤੇ ਜਿਹੜੇ ਰੱਦ ਕਰ ਦਿੱਤੇ ਗਏ ਸੀ। ਯਾਨੀ ਨਹਿਰ ਦੀ ਉਸਾਰੀ ਕਰਕੇ ਹਰਿਆਣੇ ਨੂੰ ਪਾਣੀ ਦੇਣਾ ਪਵੇਗਾ। ਇਹ ਸੁਪਰੀਮ ਕੋਰਟ ਦੀ ਰਾਏ ਹੈ। ਹੁਣ ਇਹਦੇ ਤੇ ਮਸਲਾ ਇਹ ਹੈ ਵੀ ਆਮ ਭਾਵਨਾ ਇਹ ਚੱਲੀ ਗਈ ਜਾਂ ਪੋਲੀਟੀਕਲ ਪਾਰਟੀਆਂ ਨੇ ਇਸ ਮੁੱਦੇ ਨੂੰ ਸਿੱਧੇ ਤੌਰ ਦੇ ਉੱਤੇ ਇਸ ਤਰ੍ਹਾਂ ਬਣਾ ਦਿੱਤਾ ਵੀ ਸੁਪਰੀਮ ਕੋਰਟ ਨੇ ਖਬਰ ਹੈ ਜਿਹੜੀ ਦਰਿਆਈ ਪਾਣੀ ਹੈਗੇ ਹੈ ਉਹਨਾਂ ਦੀ ਵੰਡ ਬਾਰੇ ਵੀ ਕੋਈ ਫੈਸਲਾ ਦੇ ਦਿੱਤਾ। ਏਦਾਂ ਦੀ ਕੋਈ ਗੱਲ ਨਹੀਂ ਹੈ। ਸੁਪਰੀਮ ਕੋਰਟ ਨੇ ਸਿਰਫ ਨਹਿਰ ਮੁਕੰਮਲ ਕਰਨ ਦਾ ਇੱਕ ਰਾਏ ਦਿੱਤੀ ਹੈ, ਉਹ ਵੀ ਆਦੇਸ਼ ਨਹੀਂ ਦਿੱਤਾ, ਰਾਏ ਦਿੱਤੀ ਹੈ। ਤੇ ਸੁਪਰੀਮ ਕੋਰਟ ਦੀ ਉਸ ਰਾਏ ਨੂੰ ਮੰਨਣਾ ਨਾ ਮੰਨਣਾ ਇਹ ਰਾਸ਼ਟਰਪਤੀ ਹੋਰਾਂ ਦੀ ਜ਼ਦ ਵਿੱਚ ਆਉਂਦਾ ਹੈ, ਰਾਸ਼ਟਰਪਤੀ ਹੋਰਾਂ ਦੇ ਅਧਿਕਾਰ 'ਚ ਆਉਂਦਾ ਹੈ। ਹਾਲੇ ਉਹ ਰਾਸ਼ਟਰਪਤੀ ਨੇ ਉਹਦੇ ਤੇ ਕਿਸੇ ਕਿਸਮ ਦੇ ਦਸਤਖਤ ਨਹੀਂ ਕੀਤੇ, ਕੋਈ ਆਦੇਸ਼ ਜਾਰੀ ਨਹੀਂ ਕੀਤਾ। ਜੇ ਹੋ ਵੀ ਜਾਵੇ ਤਾਂ ਵੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆ ਜਾਂ ਰਾਏ ਹੈ, ਇਹਦੇ ਤੇ ਪੰਜਾਬ ਗਵਰਨਮੈਂਟ ਦੇ ਕੋਲ ਰਸਤੇ ਬੜੇ ਨੇ। ਪੰਜਾਬ ਗਵਰਨਮੈਂਟ ਇਹਦੇ ਤੇ ਇੱਕ ਰਿਵਿਊ ਪਟੀਸ਼ਨ ਪਾ ਸਕਦੀ ਹੈ। ਦੇਖੋ, ਪਹਿਲੀ ਵਾਰ ਨਹੀਂ ਕਿ ਸੁਪਰੀਮ ਕੋਰਟ ਨੇ ਕਿਹਾ ਹੋਵੇ ਕਿ ਨਹਿਰ ਦੀ ਉਸਾਰੀ ਹੋ ਜਾਏ। ਸੁਪਰੀਮ ਕੋਰਟ ਨੇ 2002 ਦੇ ਵਿੱਚ ਵੀ ਕਿਹਾ ਸੀ ਕਿ 1 ਸਾਲ ਦੇ ਅੰਦਰ ਅੰਦਰ ਨਹਿਰ ਮੁਕੰਮਲ ਕੀਤੀ ਜਾਏ, ਪਰ ਉਸ ਤੋਂ ਬਾਅਦ ਕਿਵੇਂ ਕਾਨੂੰਨੀ ਰੂਪ ਦੇ ਵਿੱਚ ਲੜਾਈ ਲੜੀ ਗਈ ਤੇ 2004 ਪਿਛਲੇ ਸਾਰੇ ਸਮਝੌਤੇ ਰੱਦ ਕੀਤੇ ਗਏ ਤੇ ਉਹ ਸਾਰਾ ਮਾਮਲਾ ਲਟਕ ਗਿਆ। ਉਸ ਤੋਂ ਬਾਅਦ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਨੇ ਤਾਂ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਦੇਣ ਦੀ ਗੱਲ ਕੀਤੀ ਸੀ, ਪਰ ਉਹਦੇ ਤੇ ਨੋਟੀਫਾਈ ਨਹੀਂ ਸੀ ਕੀਤਾ ਗਿਆ। ਉਹ ਹੁਣ ਗੱਲ ਆਏਗੀ। ਪਰ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ, ਜਥੇਦਾਰਾਂ ਨੇ, ਕਾਂਗਰਸੀ ਵਰਕਰਾਂ ਨੇ ਵੀ ਆਪ ਹੀ ਜਿਹੜੀ ਪੰਜਾਬ ਦੇ ਪਾਸੇ ਨਹਿਰ ਬਣੀ ਹੋਈ ਸੀ ਪੂਰਨੀ ਸ਼ੁਰੂ ਕਰ ਦਿੱਤੀ ਸੀ।
ਸੋ ਆਹ ਜਿਹੜੀ ਰਾਏ ਹੈ ਸੁਪਰੀਮ ਕੋਰਟ ਦੀ, ਦਾ ਮਤਲਬ ਇਹ ਨਹੀਂ ਹੈ ਕਿ ਸਵੇਰੇ ਨਹਿਰ ਮੁਕੰਮਲ ਹੋ ਜਾਣੀ ਹੈ ਤੇ ਪਾਣੀ ਜਿਹੜਾ ਆ ਉਹ ਦੇਣਾ ਪਏਗਾ। ਪਾਣੀ ਪਹਿਲਾਂ ਹੀ ਜਾ ਰਿਹਾ, ਪਾਣੀ ਤਾਂ ਪਹਿਲਾਂ ਹੀ ਜਾ ਰਿਹਾ, ਹਰਿਆਣੇ ਨੂੰ ਵੀ, ਰਾਜਸਥਾਨ ਨੂੰ ਵੀ, ਦਿੱਲੀ ਨੂੰ ਵੀ। ਪਰ ਇਹ ਵੀ ਜਿਹੜੀ ਦਰਿਆਈ ਪਾਣੀਆਂ ਦੀ ਵੰਡ ਹੈ, ਉਸ ਵੰਡ ਦੇ ਉੱਤੇ ਸੁਪਰੀਮ ਕੋਰਟ ਨੇ ਕਿਸੇ ਕਿਸਮ ਦਾ ਫੈਸਲਾ ਨਹੀਂ ਦਿੱਤਾ। ਉਹਦੇ ਅਧਿਕਾਰ ਖੇਤਰ 'ਚ ਵੀ ਨਹੀਂ ਹੈ, ਉਹਦੇ ਵਾਸਤੇ ਇੱਕ ਵੱਖਰਾ ਟ੍ਰਿਬਿਊਨਲ ਹੈ। ਸੋ ਇੱਕ ਗੱਲ ਤਾਂ ਇਹ ਭੁਲੇਖਾ ਕੱਢਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਨੇ ਕੋਈ ਪਾਣੀਆਂ ਦੀ ਵੰਡ ਨਹੀਂ ਕੀਤੀ। ਸੁਪਰੀਮ ਕੋਰਟ ਨੇ ਸਿਰਫ ਤੇ ਸਿਰਫ ਇੱਕ ਰਾਏ ਦਿੱਤੀ ਹੈ, ਜਿਸ ਰਾਏ ਤੇ ਹਾਲੇ ਰਾਸ਼ਟਰਪਤੀ ਹੋਰਾਂ ਦੀ ਵੋਟ ਲੱਗਣੀ ਹੈ। ਪਰ ਇਸ ਮਸਲੇ ਨੂੰ ਬਣਾ ਏਦਾਂ ਦਿੱਤਾ ਗਿਆ ਸਿਆਸਤਦਾਨਾਂ ਨੇ, ਸਿਆਸੀ ਪਾਰਟੀਆਂ ਨੇ, ਵੀ ਹਾਂ ਸੁਪਰੀਮ ਕੋਰਟ ਦੇ ਫੈਸਲੇ ਨਾਲ ਪੰਜਾਬ ਦਾ ਤਬਾਹ ਹੋ ਜਾਣਾ। ਪੰਜਾਬ ਦੇ ਕੋਲ ਬਹੁਤ ਕੁਝ ਪਿਆ, ਹਾਲੇ ਪੰਜਾਬ ਹਾਲੇ ਇਹਦੇ ਤੇ ਕਾਰਵਾਈ ਕਰ ਸਕਦਾ, ਰਿਵਿਊ ਪਟੀਸ਼ਨ ਪਾ ਸਕਦਾ ਹੈ। ਇੱਕ ਬੜੀ ਇੰਪੋਰਟੈਂਟ ਗੱਲ ਵਿੱਚ ਮੈਂ ਤੁਹਾਨੂੰ ਦੱਸਦਾ, ਉਹ ਇਹ ਹੈ, ਮਤਲਬ ਨੀਅਤ ਬਾਰੇ ਗੱਲ ਮੈਂ ਕਰਨੀ ਚਾਹੁੰਦਾ। ਨੀਤੀ ਤੇ ਨੀਅਤ ਦੋ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ। ਨੀਅਤ ਜੇ ਸਰਕਾਰ ਦੀ ਦਰੁਸਤ ਹੁੰਦੀ ਤਾਂ ਹਰਿਆਣਾ ਆਪਣਾ ਕੇਸ 40 ਵਕੀਲਾਂ ਨਾਲ ਲੜ ਰਿਹਾ ਸੀ ਤੇ ਪੰਜਾਬ ਆਪਣਾ ਕੇਸ ਇੱਕ ਵਕੀਲ ਨਾਲ ਲੜ ਰਿਹਾ ਸੀ। ਤੁਸੀਂ ਇਹ ਤੋਂ ਅੰਦਾਜ਼ਾ ਕਰ ਸਕਦੇ ਹੋ ਕਿ ਕਿੰਨੀ ਕੁ ਸੰਜੀਦਾ ਸਾਡੀ ਪੰਜਾਬ ਦੀ ਹੁਕੂਮਤ ਰਹੀ ਇਸ ਮਸਲੇ ਤੇ। ਫਿਰ ਜਿਹੜੇ ਦੋਸ਼ ਲੱਗ ਰਹੇ ਨੇ ਵੀ ਜਿਹੜਾ AG ਲਾਇਆ ਗਿਆ ਐਡਵੋਕੇਟ ਜਨਰਲ ਪੰਜਾਬ ਦਾ, ਉਹ ਜਿਹੜਾ ਅਗਰਵਾਲ, ਅਸ਼ੋਕ ਅਗਰਵਾਲ, ਉਹ AGP ਲਾਇਆ ਗਿਆ ਜਿਹੜਾ ਐਡਵੋਕੇਟ ਜਨਰਲ ਪੰਜਾਬ ਸਰਕਾਰ ਵੱਲੋਂ ਅਸ਼ੋਕ ਅਗਰਵਾਲ, ਉਹ ਚਟਾਲਿਆਂ ਦਾ ਚਹੇਤਾ ਬੰਦਾ। ਇਹਦੇ ਤੋਂ ਵੀ ਮਨਸ਼ਾ ਤੇ ਸਵਾਲ ਉੱਠਦੇ ਹੈ ਵੀ ਚਟਾਲਿਆਂ ਦਾ ਚਹੇਤਾ ਬੰਦਾ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਕਿਵੇਂ ਲੱਗ ਗਿਆ। ਸੋ ਇਹ ਕੁਝ ਮਸਲੇ ਨੇ ਜਿਸ ਤੋਂ ਇਹ ਸਾਰਾ ਜਿਹੜੀਆਂ ਸਿਚੁਏਸ਼ਨ ਕ੍ਰੀਏਟ ਹੋਈਆਂ। ਔਰ ਤਾਜ਼ਾ ਸਥਿਤੀ ਇਹ ਹੈ ਵੀ ਕਿਉਂਕਿ ਇਮੀਡੀਏਟ ਇਫੈਕਟ ਦੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਨੇ ਰਿਜ਼ਾਈਨ ਕਰ ਦਿੱਤਾ ਸੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ। 42 ਵਿਧਾਇਕ ਕਾਂਗਰਸ ਦੇ ਰਿਜ਼ਾਈਨ ਕਰ ਗਏ। ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲਾਂ ਨੂੰ ਵਿਪਤਾ ਪੈ ਗਈ, ਕਰੀਏ ਕੀ। ਹੁਣ ਉਹਨਾਂ ਨੇ ਇਹ ਰਾਹ ਲੱਭਿਆ ਵੀ ਕੱਲ ਕੈਬਨਿਟ ਦੀ ਮੀਟਿੰਗ ਕੀਤੀ ਸੀ ਤੇ ਅੱਜ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ। ਤੋਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਕਰ ਲਿਆ ਗਿਆ ਵੀ ਜਿਹੜੀ ਅਕਵਾਇਰ ਕੀਤੀ ਗਈ ਜ਼ਮੀਨ ਹੈ ਕਿਸਾਨਾਂ ਨੂੰ ਮੁਫਤ ਵਾਪਸ ਕਰ ਦਿੱਤੀ ਜਾਏ ਤੇ ਇਹਦੇ ਵਾਸਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਕਿਸਾਨਾਂ ਦੇ ਨਾਂ ਤੇ ਜ਼ਮੀਨ ਕਰ ਦਿੱਤੀ ਜਾਏ, ਉਹਨਾਂ ਦੇ ਇੰਤਕਾਲ ਚੜਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਜਾਏ। ਤੇ ਫਿਰ ਇਹ ਹੈ ਵੀ ਜਦੋਂ ਜ਼ਮੀਨ ਨਹੀਂ ਰਹਿਣੀ ਤਾਂ ਫਿਰ ਜਿਹੜਾ ਆ ਨਹਿਰ ਕਿਵੇਂ ਬਣੇਗੀ। ਅੱਜ ਤੋਂ ਇੰਤਕਾਲ ਸ਼ੁਰੂ ਹੋ ਜਾਣੇ ਹੈ। ਅਕਵਾਇਰ ਕੀਤੀ ਗਈ ਜ਼ਮੀਨ ਡੀ ਨੋਟੀਫਾਈ ਕਰ ਦਿੱਤੀ ਗਈ ਹੈ। ਇਸ ਕਰਕੇ ਤਹਿਸੀਲਦਾਰਾਂ ਨੂੰ ਹੁਕਮ ਵੀ ਦੇ ਦਿੱਤੇ ਗਏ ਆ ਵੀ ਕਿਸਾਨਾਂ ਨੂੰ ਉਹਨਾਂ ਦੀ ਸਾਰੀ ਜ਼ਮੀਨ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਲੁਟਾ ਦਿੱਤੀ ਜਾਵੇ, ਵਾਪਸ ਕਰ ਦਿੱਤੀ ਜਾਏ। 4824 ਕਿਸਾਨਾਂ ਤੋਂ 5314 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਸੀ। ਤੇ ਪੰਜਾਬ ਦੇ ਜਿਹੜੇ ਚੀਫ ਸੈਕਟਰੀ ਹੈ ਸਰਵੇਸ਼ ਕੌਸ਼ਲ, ਉਹਨਾਂ ਦਾ ਦਾਅਵਾ ਇਹ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨ ਡੀ ਨੋਟੀਫਾਈ ਕਰਨ ਵਾਲੇ ਇੱਕ ਬਿੱਲ ਜਿਹੜਾ ਮਾਰਚ ਮਹੀਨੇ ਵਿੱਚ ਵੀ ਪਾਸ ਕੀਤਾ ਸੀ ਤੇ ਨਹਿਰ ਵੀ ਜਿਹੜੀ ਆ ਪੂਰਨ ਦਾ ਕੰਮ ਸ਼ੁਰੂ ਹੋ ਗਿਆ ਸੀ। ਸੋ ਇਸ ਵੇਲੇ ਸਥਿਤੀ ਇਹ ਆ। ਪਰ ਉੱਥੋਂ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਸਟੇ ਲੈ ਲਿਆ ਸੀ। ਪਰ ਹੁਣ ਇਸ ਕੇਸ ਨੂੰ ਸੰਵਿਧਾਨਕ ਬੈਂਚ ਨੇ ਉਸੇ ਕੇਸ ਨਾਲ ਅਟੈਚ ਕਰ ਲਿਆ ਸੀ ਤੇ ਹੁਣ ਮੇਨ ਕੇਸ ਦਾ ਫੈਸਲਾ ਹੋ ਜਾਂਦਾ ਹੈ ਤਾਂ ਸਟੇ ਆਪਣੇ ਆਪ ਖਤਮ ਹੋ ਜਾਂਦਾ, ਯਾਨੀ ਸਟੇ ਹਰਿਆਣੇ ਦਾ ਖਤਮ ਹੋ ਗਿਆ। ਇਸ ਕਰਕੇ ਹੁਣ ਜ਼ਮੀਨ ਤੁਰੰਤ ਜਿਹੜੀ ਵਾਪਸ ਕੀਤੀ ਜਾ ਸਕਦੀ ਹੈ। ਇਹ ਇਹਨਾਂ ਦਾ ਕਹਿਣਾ ਸਰਕਾਰ ਦਾ। ਔਰ ਸਾਡੇ ਮਨ 'ਚ ਹਾਲੇ ਵੀ ਸਵਾਲ ਹੈ ਵੀ ਜੇ ਗਵਰਨਰ ਦੇ ਸਾਈਨ ਨਹੀਂ ਹੈ ਇਹਦੇ ਤੇ ਫਿਰ ਉਨੀ ਦੇਰ ਤੱਕ ਜ਼ਮੀਨ ਕਿਸਾਨਾਂ ਨੂੰ ਕਿਵੇਂ ਵਾਪਸ ਕੀਤੀ ਜਾ ਸਕਦੀ ਹੈ। ਸੋ ਤਾਜ਼ਾ ਸਥਿਤੀ ਇਹ ਹੈ ਵੀ ਸਾਰੇ ਜਿਹੜੀਆਂ ਰਾਜਸੀ ਧਿਰਾਂ ਜਾਂ ਸਰਕਾਰ ਹੈ ਜਾਂ ਓਪੋਜੀਸ਼ਨ ਹੈ ਉਹ ਆਪਣੀ ਆਪਣੀ ਪੋਜੀਸ਼ਨ ਲੈ ਕੇ ਬੈਠੀ ਹੈ ਤੇ ਅਸਲ ਮਸਲਾ ਜਿਹੜਾ ਆ ਉਹ ਲੋਕਾਂ ਦੀਆਂ ਅੱਖਾਂ ਦੇ ਉਹਲੇ ਉਹਲੇ ਤੋਂ ਰਹਿ ਸਕਦਾ ਜੀ। ਜੀ ਤੇ ਅਗਲੀ ਗੱਲ ਕਰਦੇ ਹਾਂ ਆਪਾਂ ਵੀ ਇਸ ਦੇ ਉੱਤੇ ਰਾਜਨੀਤੀ ਬੜੀ ਖੁੱਲ੍ਹ ਕੇ ਹੋ ਰਹੀ ਆ। ਪਾਣੀਆਂ ਤੇ ਰੋਟੀਆਂ ਸੇਕੀਆਂ ਜਾ ਰਹੀਆਂ ਤੇ ਵੱਖ-ਵੱਖ ਜਿਹੜੀਆਂ ਰਾਜਸੀ ਪਾਰਟੀਆਂ ਦੇ ਕੀ ਸਟੈਂਡ ਆ? ਦੇਖੋ, ਜੇ ਤਾਂ ਅਸੀਂ ਤੁਰੰਤ ਜਿਹੜੇ ਐਕਸ਼ਨ ਹੋਏ ਜਾਂ ਇਫੈਕਟ ਪਿਆ, ਜਦੋਂ ਫਿਰ ਪਹਿਲਾਂ ਸਾਨੂੰ ਕਾਂਗਰਸ ਪਾਰਟੀ ਦੀ ਸਿਚੁਏਸ਼ਨ ਬਾਰੇ ਗੱਲ ਕਰਨੀ ਪਏਗੀ। ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਇਮੀਡੀਏਟ ਰਿਐਕਟ ਕੀਤਾ। ਜਦੋਂ ਇਹ ਫੈਸਲਾ ਆ ਰਿਹਾ ਸੀ, ਸੁਪਰੀਮ ਕੋਰਟ ਦੀ ਰਾਏ ਆ ਰਹੀ ਸੀ ਤੇ ਕੈਪਟਨ ਅਮਰਿੰਦਰ ਨੇ ਨਾਲ ਦੀ ਨਾਲ ਲੋਕ ਸਭਾ ਤੋਂ ਰਿਜ਼ਾਈਨ ਕਰ ਦਿੱਤਾ। ਦੂਸਰੇ ਦਿਨ ਆਪਣੇ 42 ਵਿਧਾਇਕ ਲੈ ਕੇ ਪੰਜਾਬ ਅਸੈਂਬਲੀ ਦੇ ਸਪੀਕਰ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਤੇ 42 ਦੇ 42 ਜਿਹੜੇ MLA ਸੀ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ, ਅਸਤੀਫੇ ਦੇ ਦਿੱਤੇ। ਚਰਚਾ ਹੋਣੀ ਸ਼ੁਰੂ ਹੋ ਗਈ ਵੀ ਪੰਜਾਬ ਦੇ ਪਾਣੀਆਂ ਦੇ ਅਸਲੀ ਰਾਖੇ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਵਾਲੇ ਹੈ ਜਿਨ੍ਹਾਂ ਨੇ ਆਪਣੇ ਰੁਤਬੇ ਜਿਹੜੇ ਆ ਉਹਨਾਂ ਨੂੰ ਠੋਕਰ ਮਾਰਤੀ ਇੱਕ ਮਿੰਟ ਦੇ ਵਿੱਚ। ਇਹੀ ਕੁਝ ਕੈਪਟਨ ਅਮਰਿੰਦਰ ਦੀ ਮਨਸ਼ਾ ਸੀ ਵੀ ਲੋਕਾਂ ਦੇ ਵਿੱਚ ਇੱਕ ਚਰਚਾ ਹੋ ਜਾਏ ਤੇ ਲੋਕ ਇਹ ਸਮਝਣ ਵੀ ਪੰਜਾਬ ਦੀ ਹਕੂਮਤ ਕਰ ਰਹੇ ਜਿਹੜੇ ਅਕਾਲੀ ਹੈ ਉਹ ਹਕੂਮਤ 'ਚ ਰਹਿੰਦਿਆਂ ਵੀ ਪੰਜਾਬ ਦੇ ਇਸ ਇਸ਼ੂ ਦੇ ਉੱਤੇ ਕੁਝ ਨਹੀਂ ਕਰ ਸਕੇ ਤੇ ਕਾਂਗਰਸੀਆਂ ਨੇ ਤਾਂ ਆਪਣੀਆਂ ਕੁਰਸੀਆਂ ਛੱਡਤੀਆਂ। ਪਰ ਇਹ ਪੂਰਾ ਸੱਚ ਨਹੀਂ ਹੈ। ਸੱਚ ਇਹ ਹੈ ਕਿ ਜੇ ਸੱਚਮੁੱਚ ਕਾਂਗਰਸ ਵਾਲੇ ਸੰਜੀਦਾ ਹੁੰਦੇ ਤਾਂ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਲੋਕ ਸਭਾ ਦੇ ਮੈਂਬਰ ਹੈ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਤੇ ਕਾਂਗਰਸ ਦੇ ਬਾਕੀ ਜਿਹੜੇ 3 ਹੋਰ MP ਰਵਨੀਤ ਬਿੱਟੂ ਸਮੇਤ ਉਹਨਾਂ ਨੇ ਰਿਜ਼ਾਈਨ ਕਿਉਂ ਨਹੀਂ ਕੀਤਾ?
ਮਨਸ਼ਾ ਦਾ ਇੱਥੋਂ ਪਤਾ ਲੱਗ ਜਾਂਦਾ ਵੀ ਸਿਰਫ ਵੋਟਾਂ ਦੇ ਵਿੱਚ ਬੱਲੇ ਬੱਲੇ ਖੱਟਣ ਲਈ ਅਸਤੀਫੇ ਦਿੱਤੇ ਗਏ ਨੇ। ਪਾਣੀ ਦੇ ਰਾਖੀ ਦੇ ਮਸਲੇ ਦੇ ਉੱਤੇ ਆਪਣੇ ਆਪ ਨੂੰ ਬਹੁਤ ਪਹਿਰੇਦਾਰ ਪੰਜਾਬ ਦਾ ਦੱਸਣਾ 2004 ਤੋਂ ਹੀ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਐਕਸ਼ਨ ਪਲਾਨ ਕੀਤਾ ਸੀ ਕੈਪਟਨ ਅਮਰਿੰਦਰ ਨੇ ਵੀ ਲੋਕਾਂ 'ਚ ਇਹ ਹੋਵੇ ਕਿ ਕੈਪਟਨ ਅਮਰਿੰਦਰ ਜਾਂ ਕਾਂਗਰਸ ਵਾਲੇ ਪੰਜਾਬ ਦੇ ਪਾਣੀਆਂ ਦੇ ਰਾਖੇ ਹੈ, ਪਰ ਤੱਥ ਝੁਠਲਾਏ ਨਹੀਂ ਜਾ ਸਕਦੇ। ਤੱਥ ਕੀ ਹੈ? ਤੱਥ ਇਹ ਹੈ ਵੀ SYL ਦੀ ਨੀਂਹ ਜਿਹੜੀ ਹੈ ਸ਼੍ਰੀਮਤੀ ਇੰਦਰਾ ਗਾਂਧੀ ਨੇ ਰੱਖੀ। ਸ਼੍ਰੀਮਤੀ ਇੰਦਰਾ ਗਾਂਧੀ ਨੇ ਜਦੋਂ ਨੀਂਹ ਰੱਖੀ ਸਤਲੁਜ ਯਮੁਨਾ ਲਿੰਕ ਨਹਿਰ ਦੀ, ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਸੀ। ਉਦੋਂ ਮੈਂਬਰ ਪਾਰਲੀਮੈਂਟ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ, ਤੇ ਪੋਸਟਰ ਵੀ ਛਪਿਆ ਹੋਇਆ ਤੇ ਪੱਥਰ ਵੀ ਲੱਗਿਆ ਸੀ ਜਿਸ ਕੈਪਟਨ ਅਮਰਿੰਦਰ ਦੀ ਵੀ ਫੋਟੋ ਸੀ ਤੇ ਬੀਬੀ ਇੰਦਰਾ ਗਾਂਧੀ ਦੀ ਵੀ ਫੋਟੋ ਸੀ। ਉਹ ਫੋਟੋ ਹਾਲੇ ਵੀ ਇਤਿਹਾਸਕ ਤੱਥ ਦੇ ਤੌਰ ਤੇ ਸਾਡੇ ਤੁਹਾਡੇ ਸਾਰਿਆਂ ਦੇ ਕੋਲ ਹੈ। ਤੁਸੀਂ ਗੂਗਲ 'ਚ ਜਾਓ ਤੇ ਉੱਥੇ ਜਾ ਕੇ SYL ਦੀ ਨੀਂਹ ਰੱਖੀ ਗਈ ਜਦੋਂ ਉਹ ਪਾਓ, ਸ਼੍ਰੀਮਤੀ ਇੰਦਰਾ ਗਾਂਧੀ ਪਾਓ, ਤਾਂ ਤੁਹਾਨੂੰ ਤਸਵੀਰ ਦਿਖਾਈ ਦੇ ਜਾਏਗੀ। ਲੋਕਾਂ ਨੂੰ ਬੇਵਕੂਫ ਬਣਾਉਣ ਦੀ ਰਾਜਨੀਤੀ ਦੋਹਾਂ ਧਿਰਾਂ ਨੇ ਕੀਤੀ ਹੈ। ਬਾਦਲਾਂ ਦੀ ਵੀ ਗੱਲ ਕਰਾਂਗੇ, ਪਰ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਹੀ ਗੱਲ ਹੈ ਕਿ ਨੀਂਹ ਪੱਥਰ ਰੱਖਿਆ ਸਤਲੁਜ ਯਮੁਨਾ ਲਿੰਕ ਨਹਿਰ ਦਾ ਇੰਦਰਾ ਗਾਂਧੀ ਨੇ, ਨਾਲ ਸੀਗੇ ਕੈਪਟਨ ਅਮਰਿੰਦਰ ਸਿੰਘ। ਤੇ ਅੱਜ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹੈ, ਕੈਪਟਨ ਅਮਰਿੰਦਰ ਸਿੰਘ ਦਾ ਲੌਜਿਕ ਕੀ ਹੈ? ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਤਲੁਜ ਯਮੁਨਾ ਲਿੰਕ ਨਹਿਰ ਲਈ ਟੱਕ ਲਾਇਆ ਸੀ ਤੇ ਕੈਪਟਨ ਅਮਰਿੰਦਰ ਨੇ ਉਹਨਾਂ ਦਾ ਸਵਾਗਤ ਕੀਤਾ ਸੀ, ਤੇ ਇਸ ਕਰਕੇ ਕਾਂਗਰਸ ਦਾ ਵੀ ਵੱਡਾ ਹੱਥ ਹੈ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ 'ਚ, ਪਰ ਹੁਣ ਤੁਸੀਂ ਵਿਰੋਧ ਕਰਦੇ ਹੋ, ਬਾਦਲਾਂ ਦੇ ਪੁਤਲੇ ਫੂਕਦੇ ਹੋ, ਰੈਲੀਆਂ ਕਰਦੇ ਹੋ, ਅਸਤੀਫੇ ਦਿੰਦੇ ਹੋ। ਕੁਝ ਇਹ ਜਦੋਂ ਸਵਾਲ ਉਹਨਾਂ ਨੂੰ ਕੀਤੇ ਗਏ ਵੀ ਇਹ ਕਿਸ ਕਿਸਮ ਦੀ ਸਿਆਸਤ ਹੈ, ਇਹ ਕਿਸ ਕਿਸਮ ਦੀ ਸਿਆਸਤ ਹੈ ਵੀ ਤੁਸੀਂ ਉਦੋਂ ਜਦੋਂ ਇੰਦਰਾ ਗਾਂਧੀ ਆਏ ਤੁਸੀਂ ਨਾਲ ਸੀਗੇ, ਤਾਂ ਜਵਾਬ ਉਹ ਦਿੰਦੇ ਨੇ ਵੀ ਜ਼ਮੀਨ ਤਾਂ ਬਾਦਲ ਸਾਹਿਬ ਨੇ ਅਕਵਾਇਰ ਕਰਕੇ ਦਿੱਤੀ ਸੀ ਤੇ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੇ ਆ ਪ੍ਰਧਾਨ ਮੰਤਰੀ ਸੀਗੇ ਤੇ ਬਤੌਰ ਮੈਂਬਰ ਪਾਰਲੀਮੈਂਟ ਮੇਰਾ ਉੱਥੇ ਹੋਣਾ ਫਰਜ਼ ਬਣਦਾ ਸੀ। ਇਹ ਜਵਾਬ ਦਿੱਤਾ ਕੈਪਟਨ ਅਮਰਿੰਦਰ ਨੇ ਵੀ ਇਹ ਸ਼੍ਰੀਮਤੀ ਇੰਦਰਾ ਗਾਂਧੀ ਆ ਕੇ ਟੱਕ ਲਾਉਂਦੀ ਹੈ, ਫਿਰ ਬਤੌਰ ਮੈਂਬਰ ਪਾਰਲੀਮੈਂਟ ਮੇਰਾ ਫਰਜ਼ ਸੀ ਉੱਥੇ ਹੋਣਾ। ਪੰਜਾਬ ਦੇ ਵਿਰੋਧ ਦੇ ਵਿੱਚ ਜਾ ਰਹੀ ਹੈ ਸਤਲੁਜ ਯਮੁਨਾ ਲਿੰਕ ਨਹਿਰ, ਪਰ ਜਦੋਂ ਟੱਕ ਲਾਇਆ ਜਾਂਦਾ ਹੈ ਉਦੋਂ ਕਿਉਂਕਿ ਮੈਂ MP ਸੀ, ਮੇਰਾ ਇੱਕ ਫਰਜ਼ ਬਣਦਾ ਸੀ, ਤੇ MP ਤੇ ਤੁਸੀਂ ਹੁਣ ਵੀ ਸੀ ਕਿ ਸੁਪਰੀਮ ਕੋਰਟ ਦੀ ਰਾਏ ਤੋਂ ਬਾਅਦ ਤੁਹਾਨੂੰ ਰਿਜ਼ਾਈਨ ਦੇਣ ਦੀ ਕੀ ਜ਼ਰੂਰਤ ਹੈ? ਬਈ ਅਗਲੀ ਗੱਲ ਇਹ ਜਿਹੜੀ ਮੈਂ ਪਹਿਲਾਂ ਵੀ ਉਠਾਈ ਹੈ ਕਿ ਤੁਹਾਡੇ ਬਾਕੀ 3 MP ਰਿਜ਼ਾਈਨ ਕਿਉਂ ਨਹੀਂ ਕਰਦੇ? ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵਿੱਚ 2-2.5 ਮਹੀਨੇ ਰਹਿ ਗਏ ਆ। 2-2.5 ਮਹੀਨੇ ਤਾਂ ਚੌਧਰ ਛੱਡੀ ਜਾ ਸਕਦੀ ਹੈ। ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਹਜੇ 2.5 ਸਾਲ ਰਹਿੰਦੇ ਆ। 2.5 ਸਾਲ ਕਿਵੇਂ ਛੱਡਣੇ ਇਹਨਾਂ ਦੇ ਬਾਕੀ 3 MP ਆਪਣੀਆਂ ਸਰਦਾਰੀਆਂ? ਕਿਉਂਕਿ ਕੈਪਟਨ ਨੇ ਤਾਂ ਵੀ ਰਿਜ਼ਾਈਨ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਜੇ ਉਹਨਾਂ ਨੇ ਮੁੱਖ ਮੰਤਰੀ ਦੀ ਹੈਸੀਅਤ ਦੇ ਵਿੱਚ ਇੱਕ ਉਮੀਦਵਾਰ ਦੇ ਤੌਰ ਤੇ ਆਉਣਾ ਹੈ ਤਾਂ ਫਿਰ ਉਹਨਾਂ ਨੂੰ ਆਪਣੀ ਪਾਰਲੀਮੈਂਟਰੀ ਜਿਹੜੀ ਮੈਂਬਰਸ਼ਿਪ ਛੱਡਣੀ ਹੀ ਪੈਣੀ ਸੀ, ਕਿਉਂਕਿ ਇੱਥੇ ਵਿਧਾਨ ਸਭਾ ਦੀ ਚੋਣ ਉਹਨਾਂ ਨੇ ਲੜਨੀ ਹੈ। ਸੋ ਇੱਕ ਕਿਸਮ ਦਾ ਨਾਟਕ ਕੀਤਾ ਜਾ ਰਿਹਾ ਹੈ, ਆਪਣੇ ਆਪ ਨੂੰ ਪੰਜਾਬ ਦੇ ਵੱਡੇ ਪਹਿਰੇਦਾਰ ਦੱਸਿਆ ਜਾ ਰਿਹਾ। ਇਹ ਤਾਂ ਕਾਂਗਰਸ ਦੀ ਸਥਿਤੀ ਹੈ। ਹੁਣ ਬਾਦਲਾਂ ਦੀ ਸਥਿਤੀ ਬਾਰੇ ਜੇ ਚਰਚਾ ਕਰੀਏ, ਬਾਦਲਾਂ ਦੀ ਜਿਹੜੀ ਰਾਜਨੀਤੀ ਜਿਸ ਕਿਸਮ ਦੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਆਮ ਲੋਕਾਂ ਚੋਂ ਕੱਟੇ ਗਏ ਨੇ ਬਾਦਲ। ਪੰਜਾਬ ਦੇ ਲੋਕਾਂ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਬਾਦਲਾਂ ਦੀ ਅਗਵਾਈ ਦੇ ਵਿੱਚ ਪੰਜਾਬ ਤਬਾਹੀ ਦੇ ਹਰ ਮੰਜ਼ਰ ਤੱਕ ਪਹੁੰਚ ਚੁੱਕਾ ਹੈ। ਬਾਦਲਾਂ ਨੇ ਆਪਣੀ ਜਾਇਦਾਦ ਜਾਂ ਆਪਣੇ ਰਾਜ ਭਾਗ ਬਣਾਉਣ ਵਾਸਤੇ ਲੋਕਾਂ ਦਾ ਧਨ ਬਲ ਸਾਰਾ ਕੁਝ ਦਾਅ ਤੇ ਲਾ ਦਿੱਤਾ ਹੈ। ਪੰਜਾਬ ਦੇ ਵਿਕਾਸ ਦੇ ਨਾਂ ਦੇ ਉੱਤੇ ਆਪਣਾ ਹੀ ਵਿਕਾਸ ਕੀਤਾ ਹੈ। 7 ਸਟਾਰ ਹੋਟਲ ਦੀ ਲੜੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜਾਂ ਬੱਸਾਂ ਦਾ ਸਾਰਾ ਕਾਰੋਬਾਰ ਜਿਹੜਾ ਆ ਬਾਦਲਾਂ ਦੇ ਕੋਲ ਹੈ। ਪੰਜਾਬ ਦੀਆਂ ਸਰਕਾਰੀ ਬੱਸਾਂ ਜਿਹੜੀਆਂ ਰੋਡਵੇਜ਼ ਜਾਂ PRTC ਉਹਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ, ਪਰ ਬਾਦਲਾਂ ਦੀਆਂ ਮਰਸੀਡੀਜ਼ ਜਿਹੜੀਆਂ ਜਾਂ ਇੰਡੋ ਕੈਨੇਡੀਅਨ ਟਾਈਮਸ ਜਿਹੜੀਆਂ ਆ ਉਹ ਲਗਾਤਾਰ ਬਹੁਤ ਹੀ ਬਿਹਤਰ ਬਿਜ਼ਨਸ ਕਰਦੀਆਂ ਜਾ ਰਹੀਆਂ। ਰਾਜ ਪੰਜਾਬ ਦੀਆਂ ਸੜਕਾਂ ਤੇ ਬਾਦਲਾਂ ਦੀਆਂ ਬੱਸਾਂ ਦਾ। ਪੰਜਾਬ ਦਾ ਇਲੈਕਟ੍ਰੋਨਿਕ ਮੀਡੀਆ ਉਹ ਸਾਰਾ ਬਾਦਲਾਂ ਦੇ ਕਬਜ਼ੇ 'ਚ ਹੈ। PTC ਚੈਨਲ ਦੇ ਹਵਾਲੇ ਨਾਲ ਆਪਾਂ ਗੱਲ ਕਰ ਸਕਦੇ ਹਾਂ। ਸੋ ਓਵਰਆਲ ਇਹ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ ਕਿ ਜਦੋਂ ਪਾਣੀਆਂ ਦਾ ਇਸ਼ੂ ਆ ਗਿਆ ਜਾਂ ਨਹਿਰ ਦਾ ਇਸ਼ੂ ਆ ਗਿਆ, ਉਦੋਂ ਵੀ ਬਾਦਲਾਂ ਤੋਂ ਤਵੱਕੋ ਇਹ ਕਰ ਰਹੇ ਸੀ ਲੋਕ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਪੰਜਾਬ ਲਈ, ਤੇ ਸੱਚਮੁੱਚ ਕੁਝ ਨਹੀਂ ਕੀਤਾ। ਸਵਾਲ ਕੀਤਾ ਗਿਆ ਬਾਦਲ ਹੋਰਾਂ ਨੂੰ ਵੀ ਕੈਪਟਨ ਅਮਰਿੰਦਰ ਤਾਂ ਰਿਜ਼ਾਈਨ ਕਰ ਰਹੇ ਆ, ਤੁਸੀਂ ਕਿਉਂ ਨਹੀਂ ਕਰਦੇ? ਸਰਕਾਰ ਕਿਉਂ ਛੱਡ ਦਿਓ? ਸਰਕਾਰ ਦੇ ਵਿੱਚੋਂ ਬਾਹਰ ਆਓ। ਤਾਂ ਕਹਿੰਦੇ ਅਸੀਂ ਤਾਂ ਕੁਰਸੀ ਤੇ ਬਹਿ ਕੇ ਲੜਾਂਗੇ। ਸੋ ਕੁਰਸੀ ਤੇ ਬਹਿ ਕੇ ਲੜ ਰਹੇ ਨੇ ਤੇ ਦੋਸ਼ ਕਾਂਗਰਸ ਨੂੰ ਦਿੱਤਾ ਜਾ ਰਿਹਾ ਹੈ। ਅਸੀਂ ਤਾਂ ਖੁਦ ਕਹਿ ਰਹੇ ਹਾਂ ਵੀ ਕਾਂਗਰਸ ਇਹਦੇ ਦੋਸ਼ੀ ਹੈ, ਪਰ ਤੁਸੀਂ ਦੇਖੋ ਮਿਲੀ ਭੁਗਤ ਕਿੰਨੀ ਵੱਡੀ ਹੈ। ਕੈਪਟਨ ਅਮਰਿੰਦਰ ਕਹਿ ਰਹੇ ਹੈ ਕਿ ਜ਼ਮੀਨ ਤਾਂ ਜਿਹੜੀ ਹੈ ਉਹ ਨੋਟੀਫਾਈ ਕੀਤੀ ਸੀ ਬਾਦਲ ਸਾਹਿਬ ਨੇ, ਗੱਲ ਠੀਕ ਹੈ, ਪਰ ਕੈਪਟਨ ਅਮਰਿੰਦਰ ਇਹ ਨਹੀਂ ਕਹਿੰਦੇ ਵੀ ਇੰਦਰਾ ਗਾਂਧੀ ਨੇ ਟੱਕ ਲਾਇਆ ਸੀ ਤੇ ਉਹ ਗਲਤ ਸੀ, ਮੈਂ ਵੀ ਉੱਥੇ ਨਾਲ ਸੀ। ਇਹਦੇ ਬਾਦਲ ਕਹਿੰਦੇ ਹੈ ਵੀ ਨੀਂਹ ਤਾਂ ਰੱਖੀ ਹੈ ਜੀ ਇੰਦਰਾ ਗਾਂਧੀ ਨੇ, ਅਸੀਂ ਕੀ ਕਰ ਸਕਦੇ? ਤੇ ਸੁਖਬੀਰ ਬਾਦਲ ਦੀ ਇੱਕ ਇੰਟਰਵਿਊ ਛਪੀ ਹੈ, ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਵੀ ਤੁਸੀਂ ਇਹ ਗੱਲ ਦੱਸੋ ਵੀ ਬਾਦਲ ਸਾਹਿਬ ਜਿਹੜੇ ਯਾਰ ਵਾਰ-ਵਾਰ ਇਹ ਕਹਿ ਰਹੇ ਵੀ ਇੱਕ ਬੂੰਦ ਵੀ ਪਾਣੀ ਦਾ ਬਾਹਰ ਨਹੀਂ ਜਾਣ ਦੇਣਾ, ਤੁਸੀਂ ਵੀ ਕਹਿੰਦੇ ਹੋ
ਜਦੋਂ ਜ਼ਮੀਨ ਕਾਂਗਰਸ ਸਰਕਾਰ ਬਣਾ ਰਹੀ ਸੀ ਤੇ ਜ਼ਮੀਨ ਅਕਵਾਇਰ ਹੋਈ ਤੇ ਜ਼ਮੀਨ ਅਕਵਾਇਰ ਦਾ ਜਿਹੜਾ ਹੁਕਮ ਤੁਸੀਂ ਦਿੱਤਾ ਤੇ ਫਿਰ ਚੈੱਕ ਵੀ ਲਿਆ ਹਰਿਆਣੇ ਤੋਂ, ਉਹ ਕਿਉਂ ਲਿਆ? ਇਸ ਮੁੱਦੇ ਤੇ ਜਦੋਂ ਗੱਲ ਕੀਤੀ ਗਈ ਸੁਖਬੀਰ ਬਾਦਲ ਨਾਲ, ਉਹ ਕਹਿੰਦੇ ਕਰਦੇ ਕੀ ਅਸੀਂ ਜੀ, ਕੇਂਦਰ ਸਰਕਾਰ ਨੇ ਮਜਬੂਰ ਕੀਤਾ, ਅਸੀਂ ਕਰ ਲਿਆ। ਯਾਨੀ ਉਦੋਂ ਕੇਂਦਰ ਸਰਕਾਰ ਦੇ ਅੱਗੇ ਮਜਬੂਰ ਹੋ ਗਏ, ਉਦੋਂ ਵਿਰੋਧ ਦੀ ਸੁਰ ਤੁਹਾਡੇ ਕੋਲ ਨਹੀਂ ਸੀ। ਅੱਜ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਆਪਣੀ ਰਾਜਨੀਤੀ ਕਰਦੇ ਹੋ ਤੇ ਵਿਧਾਨ ਸਭਾ ਦੇ ਵਿੱਚ ਜ਼ਮੀਨ ਦੀ ਨੋਟੀਫਾਈ ਕਰਨ ਦੀ ਗੱਲ ਕਰਦੇ ਹੋ ਤੇ ਉਹ ਵੀ ਬਹੁਤ ਸਾਰੇ ਉਹਲੇ ਜਿਹੜੇ ਉਹਦੇ ਚ ਰੱਖੇ ਜਾ ਰਹੇ ਆ। ਇਹ ਤੱਥ ਹੈ ਵੀ ਬਾਦਲਾਂ ਨੇ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜ਼ਮੀਨ ਅਕਵਾਇਰ ਕਰਵਾਈ, ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਗਵਤ ਭਰਾ ਚੌਧਰੀ ਦੇਵੀ ਲਾਲ ਤੋਂ ਪੈਸੇ ਲਏ, ਜਿਹੜਾ ਚੈੱਕ ਦਿੱਤਾ ਗਿਆ ਤੇ ਉਹ ਚੈੱਕ ਦਿੱਤਾ ਗਿਆ ਭਾਵੇਂ ਪੰਜਾਬ ਸਰਕਾਰ ਦੇ ਖਾਤੇ ਚ ਆਇਆ, ਪਰ ਖੁਦ ਦੇਵੀ ਲਾਲ ਨੇ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਇੱਕ ਇਤਿਹਾਸਕ ਭਾਸ਼ਣ ਦਿੱਤਾ ਜਿਸ ਚ ਉਹਨਾਂ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਮੇਰੀ ਨੇੜਤਾ ਬੜੀ ਹੈ ਤੇ ਬਾਦਲ ਸਾਹਿਬ ਨੇ ਨੇੜਤਾ ਨਿਭਾਉਂਦਿਆਂ, ਦੋਸਤੀ ਨਿਭਾਉਂਦਿਆਂ ਜ਼ਮੀਨ ਅਕਵਾਇਰ ਕੀਤੀ ਹੈ ਨਹਿਰ ਬਣਾਉਣ ਵਾਸਤੇ। ਯਾਨੀ ਦੋਸਤੀ ਦੇ ਸਿਰ ਦੇ ਉੱਤੇ ਆਪਣੀ ਰਾਜਨੀਤੀ ਵਾਰ ਦਿੱਤੀ ਗਈ ਤੇ ਅੱਜ ਦੋਵੇਂ ਵੱਡੀਆਂ ਧਿਰਾਂ ਇੱਕ ਦੂਜੇ ਨੂੰ ਦੋਸ਼ ਦੇ ਕੇ ਸੁਰਖਰੂ ਹੋਣੀਆਂ ਚਾਹੁੰਦੀਆਂ ਤੇ ਦੋਵੇਂ ਵੱਡੀਆਂ ਧਿਰਾਂ ਕਾਂਗਰਸ ਤੇ ਅਕਾਲੀ ਦਲ ਪੰਜਾਬ ਦੇ ਵਿਰੋਧ ਚ ਸਟੈਂਡ ਲੈਂਦੀਆਂ ਹੁਣ ਤੱਕ ਆਈਆਂ ਤੇ ਪੰਜਾਬੀ ਲੋਕਾਂ ਦੇ ਸਾਰੇ ਮਸਲਿਆਂ ਨੂੰ ਦਰਕਨਾਰ ਕਰਕੇ ਅੱਜ SYL ਦੇ ਇਸ਼ੂ ਦੇ ਉੱਤੇ ਆਪੋ ਆਪਣੀਆਂ ਤਲਵਾਰਾਂ ਭਾਂਜ ਰਹੀਆਂ ਤੇ ਲੋਕਾਂ ਨੂੰ ਕੁਰਬਾਨ ਹੋਣ ਦੇ ਸੱਦੇ ਦੇ ਰਹੀਆਂ। ਬਿਲਕੁਲ ਜੀ, ਪੰਜਾਬ ਨੂੰ ਇਹਨਾਂ ਨੇ ਵੇਚ ਖਾਧਾ ਆ। ਤੇ ਅੱਗੇ ਸੁਸ਼ੀਲ ਜੀ, ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਉਹਨਾਂ ਦਾ ਕੀ ਸਟੈਂਡ ਆ? ਦੇਖੋ, ਮਸਲਾ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਹੈ ਤੇ ਇਹਦੇ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਆਪਣੇ ਆਪਣੇ ਤਰੀਕੇ ਦੇ ਜਿਹੜੇ ਐਕਸ਼ਨ ਸਾਨੂੰ ਦਿਖਾਈ ਦਿੱਤੇ ਆ। ਉਹਦੇ ਚ ਕਾਂਗਰਸ ਤੇ ਅਕਾਲੀ ਦਲ ਦਾ ਅਸੀਂ ਜ਼ਿਕਰ ਕੀਤਾ ਤੇ ਹੁਣ ਜੇ ਅਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰੀਏ ਤਾਂ ਬਿਲਕੁਲ ਤਾਜ਼ਾ ਜਾਣਕਾਰੀ ਤੁਹਾਨੂੰ ਮੈਂ ਇਹ ਦੇਵਾਂ ਕਿ ਕਪੂਰੀ ਚਲਾਇਆ ਸੀ ਮੋਰਚਾ ਆਮ ਆਦਮੀ ਪਾਰਟੀ ਨੇ ਅਣਮਿੱਥੇ ਸਮੇਂ ਲਈ, ਇਹ ਕਹਿ ਕੇ ਕਿ ਇਸ ਮਸਲੇ ਤੇ ਅਣਮਿੱਥੇ ਸਮੇਂ ਲਈ ਅਸੀਂ ਧਰਨੇ ਤੇ ਬਹਿ ਗਏ ਹਾਂ ਤੇ ਕੱਲ ਸ਼ਾਮੀ ਉੱਥੋਂ ਤੰਬੂ ਚੱਕ ਲਏ ਤੇ ਖਾਲੀ ਕਰਤਾ ਉੱਥੇ ਸਾਰਾ ਕੁਝ ਬਿਨਾਂ ਕਿਸੇ ਨੂੰ ਕੋਈ ਸੂਚਨਾ ਦਿੰਦਿਆਂ। ਇਹਦਾ ਮਤਲਬ ਇਹ ਹੋਇਆ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਦੇ ਉੱਤੇ ਪਹਿਲਾਂ ਇਮੀਡੀਏਟ ਉਹਨਾਂ ਨੇ ਐਕਸ਼ਨ ਕੀਤਾ ਤੇ ਫਿਰ ਬਿਨਾਂ ਦੱਸਿਆ ਆਪਣਾ ਐਕਸ਼ਨ ਵਾਪਸ ਲੈ ਲਿਆ। ਇਹਦਾ ਮਤਲਬ ਇਹ ਹੋਇਆ ਕਿ ਆਮ ਆਦਮੀ ਪਾਰਟੀ ਇਸ ਮਸਲੇ ਦੀ ਦੁਬਿਧਾ ਚ ਹੈ। ਦੁਬਿਧਾ ਦੋ ਹੋਰ ਗੱਲਾਂ ਚ ਦਿਖਾਈ ਦਿੰਦੀ ਹੈ। ਨੰਬਰ 1, ਹਾਲੇ ਤੱਕ ਆਫੀਸ਼ੀਅਲੀ ਆਮ ਆਦਮੀ ਪਾਰਟੀ ਦੇ ਇਸ ਇਸ਼ੂ ਦੇ ਉੱਤੇ ਬਿਆਨ ਨਹੀਂ ਹੈ। ਆਫੀਸ਼ੀਅਲੀ ਕਹਿ ਰਿਹਾ ਮੈਂ, ਮਤਲਬ ਅਧਿਕਾਰਤ ਤੌਰ ਤੇ ਆਮ ਆਦਮੀ ਪਾਰਟੀ ਕੀ ਸੋਚਦੀ ਹੈ ਸੁਪਰੀਮ ਕੋਰਟ ਦੀ ਰਾਏ ਬਾਰੇ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕੀਤੀ ਜਾਏ, ਰਾਸ਼ਟਰਪਤੀ ਨੂੰ ਜਿਹੜੀ ਰਾਏ ਉਹਨਾਂ ਨੇ ਭੇਜੀ ਹੈ, ਇਸ ਤੇ ਆਮ ਆਦਮੀ ਪਾਰਟੀ ਕੀ ਸੋਚਦੀ ਹੈ ਅਧਿਕਾਰਤ ਤੌਰ ਤੇ ਜਾਂ ਅਧਿਕਾਰਤ ਤੌਰ ਤੇ ਉਹਦਾ ਕੋਈ ਕੀ ਸਟੈਂਡ ਹੈ, ਉਹ ਕਿਤੇ ਕੋਈ ਸਾਡੇ ਸਾਹਮਣੇ ਨਹੀਂ ਹੈ। ਦੂਜੀ ਗੱਲ, ਅਰਵਿੰਦ ਕੇਜਰੀਵਾਲ ਹਰ ਮਸਲੇ ਤੇ ਬੋਲਦੇ ਆ। ਹੁਣ ਵੀ ਨੋਟਬੰਦੀ ਦੇ ਇਸ਼ੂ ਦੇ ਉੱਤੇ ਵੀ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ, ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਵੀ ਉਹ ਮਤਾ ਲੈ ਕੇ ਆਏ, ਪਰ ਸੁਪਰੀਮ ਕੋਰਟ ਦੀ ਪੰਜਾਬ ਨਾਲ ਸੰਬੰਧਿਤ ਜਿਹੜੀ ਰਾਏ ਆਈ ਹੈ, ਪੰਜਾਬ ਦੇ ਖਿਲਾਫ ਆਈ ਹੈ, ਹਰਿਆਣੇ ਦੇ ਹੱਕ 'ਚ ਆਈ ਹੈ, ਉਹ ਇਸ ਮੁੱਦੇ ਤੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਵੀ ਕਿਤੇ ਕੋਈ ਟਵੀਟ ਨਹੀਂ ਹੈ, ਕਿਤੇ ਕੋਈ ਬਿਆਨ ਨਹੀਂ ਹੈ। ਜਦਕਿ ਪੰਜਾਬ 'ਚ ਅਰਵਿੰਦ ਕੇਜਰੀਵਾਲ ਦੀ ਪਾਰਟੀ, ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੀ ਦਾਅਵੇਦਾਰ ਹੈ, ਉਹਦੇ ਬਾਵਜੂਦ ਪੰਜਾਬ ਨਾਲ ਸੰਬੰਧਿਤ ਇਸ ਮਹੱਤਵਪੂਰਨ ਮੁੱਦੇ ਤੇ ਉਹਨਾਂ ਦਾ ਕੋਈ ਰਿਐਕਸ਼ਨ ਨਾ ਆਵੇ ਤਾਂ ਇਹ ਹੈਰਾਨੀ ਪੈਦਾ ਕਰਦਾ। ਅਗਲੀ ਗੱਲ ਇਹੀ ਜਿਹੜੀ ਮੈਂ ਸ਼ੁਰੂ ਦੱਸੀ ਵੀ ਉਹਨਾਂ ਨੇ ਆਪਣਾ ਮੋਰਚਾ ਵੀ ਉੱਥੋਂ ਖਤਮ ਕਰਤਾ। ਇੱਕ ਗੱਲ ਹੋਰ, ਇਸ ਮੁੱਦੇ ਤੇ ਕੰਵਰ ਹੋਰੀ ਜਿਹੜੇ ਹੈ, ਕੰਵਰ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਇਸ ਵੇਲੇ ਹੁਣ ਵੱਡੇ ਲੀਡਰ ਨੇ, ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤਾ, ਉਹਨਾਂ ਦੇ ਫੇਸਬੁੱਕ ਪੇਜ ਤੇ ਤੁਸੀਂ ਦੇਖ ਸਕਦੇ ਹੋ। ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਇਸ ਮੁੱਦੇ ਦੇ ਉੱਤੇ, ਅਕਾਲੀ ਦਲ ਨੂੰ ਕ੍ਰਿਟੀਸਾਈਜ਼ ਕੀਤਾ, ਕਾਂਗਰਸ ਨੂੰ ਕ੍ਰਿਟੀਸਾਈਜ਼ ਕੀਤਾ, ਪੰਜਾਬ ਦੇ ਹੱਕ ਦੀ ਗੱਲ ਕੀਤੀ ਜਿਹਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਪਰ ਉਹ ਗੱਲ ਕਰਦਿਆਂ ਉਹਨਾਂ ਨੇ ਕਿਤੇ ਇਹ ਨਹੀਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਟੈਂਡ ਹੈ। ਉਹਨਾਂ ਨੇ ਕੀ ਕਿਹਾ, ਇੱਕ ਲਾਈਨ ਉਹਦੇ ਚੋਂ ਕਹਿੰਦੇ ਆ, ਤੁਸੀਂ ਸਾਡੇ ਸਰੋਤੇ ਧਿਆਨ ਨਾਲ ਸੁਣ ਸਕਦੇ ਹੋ ਉਹਨੂੰ। ਉਹ ਕਹਿੰਦੇ ਕਿ ਇਸ ਮੁੱਦੇ ਦੇ ਉੱਤੇ ਮੇਰਾ, ਸੁਖਪਾਲ ਖਹਿਰੇ ਦਾ ਤੇ HS ਫੂਲਕਾ ਦਾ ਇਹ ਮੰਨਣਾ ਹੈ। ਜਿਹੜੀ 3 ਬੰਦੇ ਏਦਾਂ ਸੋਚਦੇ ਆ, ਆਮ ਆਦਮੀ ਪਾਰਟੀ ਨਹੀਂ ਏਦਾਂ ਸੋਚਦੀ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਕਲੈਰਿਟੀ ਦੇ ਨਾਲ ਇਸ ਮੁੱਦੇ ਤੇ ਆਪਣਾ ਕੋਈ ਸਟੈਂਡ ਨਹੀਂ ਲੈ ਸਕੀ ਹਾਲੇ ਤੱਕ। ਸੋ ਮੈਂ ਇਹ ਉਹਨਾਂ ਨੂੰ ਕਹਿ ਲਓ ਵੀ ਇੱਕ ਬਹੁਤ ਹੀ ਅਦਨਾ ਜਿਹਾ ਬੰਦਾ ਉਹਨਾਂ ਨੂੰ ਇੱਕ ਰਾਏ ਦੇਣੀ ਚਾਹੁੰਦਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਜੇ ਸੱਚਮੁੱਚ ਤੁਸੀਂ ਪੰਜਾਬ ਲਈ, ਪੰਜਾਬ ਦੇ ਹਿੱਤਾਂ ਲਈ ਲੜਨਾ ਹੈ ਤਾਂ ਤੁਸੀਂ ਬੇਬਾਕ ਹੋ ਕੇ ਪੰਜਾਬ ਨਾਲ ਸੰਬੰਧਿਤ ਮਸਲਿਆਂ ਤੇ ਆਪਣੀ ਰਾਏ ਕੌਮੀ ਪੱਧਰ ਤੇ ਵੀ ਰੱਖੋ। ਇਹ ਨਾ ਹੋਵੇ ਕਿ ਜਿੱਦਾਂ ਬਾਕੀ ਪਾਰਟੀਆਂ ਕਰਦੀਆਂ, ਕਾਂਗਰਸ ਵਾਲੇ ਹਰਿਆਣੇ 'ਚ ਕੁਝ ਕਹਿੰਦੇ ਆ, ਪੰਜਾਬ 'ਚ ਕੁਝ ਕਹਿੰਦੇ ਆ, ਦਿੱਲੀ 'ਚ ਕੁਝ ਕਹਿੰਦੇ ਆ, BJP ਵਾਲੇ ਹਰਿਆਣੇ 'ਚ ਕੁਝ ਕਹਿੰਦੇ ਆ, ਪੰਜਾਬ 'ਚ ਉਲਟ ਕਹਿੰਦੇ ਆ, ਦਿੱਲੀ 'ਚ ਕੁਝ ਹੋਰ ਹੀ ਕਹੀ ਜਾਂਦੇ, ਰਾਜਸਥਾਨ ਦੀ BJP ਕੁਝ ਹੋਰ ਬੋਲੀ ਜਾਂਦੀ ਹੈ। ਏਦਾਂ ਨਾ ਹੋਵੇ ਕਿ ਆਮ ਆਦਮੀ ਪਾਰਟੀ ਵੀ ਪੰਜਾਬ ਵਾਲੇ ਤਾਂ ਕਹਿਣ ਵੀ ਪੰਜਾਬ ਦਾ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦੇਣਾ, ਹਰਿਆਣੇ ਵਾਲੇ ਆਮ ਆਦਮੀ ਪਾਰਟੀ ਵਾਲੇ ਕਹਿਣ ਕਿ ਨਹਿਰ ਬਣਾ ਕੇ ਹੀ ਹਟਾਂਗੇ ਤੇ ਦਿੱਲੀ ਚੁੱਪ ਬਹਿ ਜਾਵੇ, ਕੇਜਰੀਵਾਲ ਸਾਹਿਬ ਚੁੱਪ ਹੋ ਜਾਣ।
ਇਹਦੇ ਨਾਲ ਫਿਰ ਜਿਹੜਾ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਇੱਕ ਅਕਸ ਬਣ ਰਿਹਾ ਹੈ ਵੀ ਸੱਚਮੁੱਚ ਇੱਕ ਬਦਲਦੇ ਤੌਰ ਤੇ ਆਮ ਆਦਮੀ ਪਾਰਟੀ ਆ ਰਹੀ ਹੈ, ਉਹ ਅਕਸ ਹੋਰ ਧੁੰਦਲਾ ਹੋਏਗਾ ਤੇ ਲੋਕਾਂ 'ਚ ਗੱਲ ਜਾਏਗੀ ਕਿ ਇਸ ਪਾਰਟੀ ਦੇ ਕੋਲ ਵੀ ਰਵਾਇਤੀ ਪਾਰਟੀਆਂ ਤੋਂ ਬਿਨਾਂ ਕੋਈ ਵੱਖਰਾ ਮੁਹਾਂਦਰਾ ਸਿਰਜਣ ਦੀ ਤਾਕਤ ਨਹੀਂ ਹੈ। ਸੋ ਇਹ ਉਹਨਾਂ ਦੇ ਖਿਲਾਫ ਗੱਲ ਜਾ ਸਕਦੀ ਹੈ। ਇਸ ਗੱਲ ਨੂੰ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਹੜਾ ਬਹੁਤ ਵੱਡਾ ਮੋਦੀ ਹੋਣੀ ਦੱਸਦੇ ਆ ਕਿ ਅਸੀਂ ਬਹੁਤ ਵੱਡਾ ਕਦਮ ਕੀਤਾ ਨੋਟਬੰਦੀ ਦੀ, 1000 ਦਾ ਨੋਟ 500 ਦਾ ਨੋਟ ਬੰਦ ਕੀਤੇ ਆ। ਤੇ ਇਹਦੇ ਵਿੱਚ ਹੀ 2-4 ਹੋਰ ਕੁਐਸਚਨ ਮੈਂ ਤੁਹਾਨੂੰ ਇਕੱਠੇ ਕਰਦਾ ਕਿ ਜਿਹੜੀ ਬਲੈਕ ਮਨੀ ਆ ਉਹ ਤੇ ਵਾਈਟ ਹੋ ਰਹੀ ਆ। ਕੋਈ ਵੱਡਾ ਲੀਡਰ, ਕੋਈ ਜਿਹਦੇ ਵੱਡੇ ਵੱਡੇ ਸ਼ਾਹੂਕਾਰ ਆ, ਉਹ ਤਾਂ ਲਾਈਨਾਂ 'ਚ ਲੱਗੇ ਦਿਸਦੇ ਨਹੀਂ, ਪਰ ਲੋਕਾਂ ਦਾ ਸਾਹ ਨਿਕਲਿਆ ਹੋਇਆ। ਦੇਖੋ, ਇਹ ਸਰਕਾਰ ਜਿਹੜੀ ਨਰਿੰਦਰ ਮੋਦੀ ਹੋਰਾਂ ਦੀ ਹੈ, ਇਹ 2.5 ਸਾਲ ਦੀਆਂ ਨਾਕਾਮੀਆਂ ਨਾਲ ਭਰੀ ਹੋਈ ਸਰਕਾਰ ਹੈ। ਜਿੱਦਾਂ ਅਸੀਂ ਪੰਜਾਬ ਦੀ ਗੱਲ ਕੀਤੀ ਹੈ ਨਾ, ਹੁਣੇ ਹੀ ਸੁਪਰੀਮ ਕੋਰਟ ਦਾ ਇੱਕ ਰਾਏ ਆ ਗਈ ਤੇ ਉਹ ਇੱਕ ਕਿਸਮ ਦਾ ਵੱਡੀਆਂ ਸਿਆਸੀ ਪਾਰਟੀਆਂ ਦੀ ਮੌਜ ਲੱਗ ਗਈ ਵੀ ਅਸੀਂ ਲੋਕਾਂ ਦੇ ਸਵਾਲਾਂ ਤੋਂ ਬਚੇ। ਬਾਦਲਾਂ ਦੀ ਖਾਸ ਤੌਰ ਤੇ ਮੌਜ ਲੱਗੀ ਵੀ 9.5 ਸਾਲ ਕੀਤਾ ਕੱਖ ਨਹੀਂ ਹੈਗਾ। ਲੋਕਾਂ ਨੇ ਪੁੱਛਣਾ ਸੀ ਵੀ ਸਾਡੇ ਕੋਲ ਰੁਜ਼ਗਾਰ ਹੈ ਨਹੀਂ, ਲੋਕਾਂ ਨੇ ਪੁੱਛਣਾ ਸੀ ਸਾਡੀ ਸਿਹਤ ਦਾ ਆਹ ਹਾਲ ਹੈ, ਸਾਡੇ ਹਸਪਤਾਲਾਂ ਦੀ ਬੁਰੀ ਹਾਲਤ ਹੈ, ਲੋਕਾਂ ਨੇ ਕਹਿਣਾ ਸੀ ਕਿ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਸਾਡੀ ਫਸਲਾਂ ਦੀ ਜਿਹੜੀ ਕੀਮਤ ਸਾਨੂੰ ਸਹੀ ਨਹੀਂ ਮਿਲ ਰਹੀ, ਕਿਸਾਨ ਖੁਦਕੁਸ਼ੀਆਂ ਕਰ ਰਹੇ। ਇਹ ਸਵਾਲ ਗਾਇਬ ਕਰ ਦਿੱਤੇ ਹੈ ਇਸ ਮੁੱਦੇ ਨੇ ਸੁਪਰੀਮ ਕੋਰਟ ਦੀ ਜਿਹੜੀ ਰਾਏ ਹੈ। ਯਾਨੀ 9.5 ਸਾਲ ਦੀਆਂ ਜਿਹੜੀਆਂ ਬਾਦਲਾਂ ਦੀਆਂ ਨਾਕਾਮੀਆਂ ਉਹਦੇ ਤੇ ਮਿੱਟੀ ਪੈ ਗਈ ਹੈ ਤੇ ਉਹਨਾਂ ਨੂੰ ਤਾਂ ਇੱਕ ਜ਼ਰਖੇਜ਼ ਜ਼ਮੀਨ ਲੱਭ ਪਈ ਹੈ ਨਹਿਰ ਦੇ ਇਸ਼ੂ ਦੇ ਉੱਤੇ, ਫਸਲਾਂ ਵੋਟਾਂ ਦੀ ਕਟਾਈ ਵਾਸਤੇ। ਏਦਾਂ ਹੀ 2.5 ਸਾਲ ਦੀ ਨਾਕਾਮੀ ਰਹੀ ਹੈ ਨਰਿੰਦਰ ਮੋਦੀ। 2.5 ਸਾਲ 'ਚ ਮੋਦੀ ਸਾਹਿਬ ਨੇ ਉਹ ਕੀਤਾ ਨਹੀਂ ਹੈ ਜੋ ਕਰਨ ਦੇ ਦਾਅਵੇ ਉਹਨਾਂ ਨੇ ਕੀਤੇ, ਬੜੇ ਵੱਡੇ ਵੱਡੇ ਦਾਅਵੇ ਕੀਤੇ। ਉਹਨਾਂ ਨਾਕਾਮੀਆਂ ਨੂੰ ਲੁਕਾਉਣ ਦਾ ਇੱਕ ਬਹੁਤ ਹੀ ਸ਼ਾਤਰਾਨਾ ਕਦਮ ਹੈ 1000 ਤੇ 500 ਦਾ ਨੋਟ ਬੰਦ ਕਰਨਾ। ਹੁਣ ਇਹਦੇ 'ਚ ਮੈਂ ਫੈਕਟ ਤੁਹਾਡੇ ਨਾਲ ਸਾਂਝੇ ਕਰਦਾ। ਫੈਕਟ ਇਹ ਹੈ ਕਿ ਜਿਹੜੀ ਬਲੈਕ ਮਨੀ ਹੈ, ਉਹ ਬਲੈਕ ਮਨੀ ਜਿਹੜੀ ਦੇਸ਼ ਦੇ ਅੰਦਰ ਬਲੈਕ ਮਨੀ ਦੀ ਆਪਾਂ ਗੱਲ ਕਰ ਰਹੇ ਹਾਂ, ਉਸ ਬਲੈਕ ਮਨੀ ਦੇ ਸੋਰਸ ਹੈ ਹੀ ਨਹੀਂ ਕੈਸ਼। ਜਿਹੜਾ ਕੈਸ਼ ਹੈ ਨਾ ਜੀ, ਉਹ ਉਸ ਬਲੈਕ ਮਨੀ ਦਾ ਹਿੱਸਾ ਹੀ ਨਹੀਂ ਹੈਗਾ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਕੈਸ਼ ਨਕਦੀ ਦੇ ਰੂਪ ਦੇ ਵਿੱਚ ਲੋਕਾਂ ਦੇ ਕੋਲ ਸਿਰਫ 6% ਹੈ। ਉਹ ਤੇ 6% ਦੇ ਵਿੱਚੋਂ ਵੀ 80-85% 1000 ਤੇ 500 ਦੇ ਨੋਟ ਹੈ। ਤੇ ਉਹ ਜਿਹੜੇ 6% ਕੈਸ਼ ਹੈ ਜਿਹਨਾਂ ਕੋਲ, ਉਹ 'ਚ 80-85% ਕਿਹੜੇ ਲੋਕ ਆ? ਗਰੀਬ ਲੋਕ ਜਿਹੜੇ ਆ, ਥੱਲੇ ਵਾਲੇ। ਜਿਹੜੇ ਬਲੈਕ ਮਨੀ ਦੇ ਸੋਰਸ ਹੈ ਜਾਂ ਜਿਹੜੇ ਸੈਂਟਰ ਹੈ, ਉਹ ਰੀਅਲ ਸਟੇਟ ਹੈ ਜਾਂ ਬੈਂਕਾਂ ਰਾਹੀਂ ਪਹਿਲੇ ਉਹ ਸਾਰੀਆਂ ਟ੍ਰਾਂਜੈਕਸ਼ਨ ਜਿਹੜੀਆਂ ਉਹਨਾਂ ਨੇ ਆਪਣੇ ਤਰੀਕੇ ਨਾਲ ਫਿੱਟ ਕੀਤੀਆਂ ਹੋਈਆਂ, ਉਹ ਤਾਂ ਜਿਹੜੇ ਵੱਡੇ ਬਲੈਕ ਮਨੀ ਵਾਲੇ ਸੋਰਸ ਹੈ ਜਾਂ ਸੈਂਟਰ ਹੈ, ਉਹ ਤਾਂ ਇਸ ਘੇਰੇ 'ਚ ਹੀ ਨਹੀਂ ਆਉਂਦੇ। ਜਿੱਦਾਂ ਤੁਸੀਂ ਵੀ ਇੱਕ ਗੱਲ ਕਹੀ ਹੈ ਵੀ ਲਾਈਨਾਂ 'ਚ ਕਿਹੜੇ ਲੋਕ ਲੱਗੇ ਆ, ਤੁਸੀਂ ਇਸ ਗੱਲ ਦਾ ਅੰਦਾਜ਼ਾ ਕਰੋ। ਇਸ ਗੱਲ ਨੂੰ ਦੇਖੋ, ਲਾਈਨਾਂ 'ਚ ਕਿਹੜਾ, ਕੀ ਤੁਹਾਨੂੰ ਕੋਈ ਮੰਦਿਰ ਦਾ ਪੁਜਾਰੀ, ਵੱਡਾ ਟਰਸਟੀ ਮੰਦਿਰ ਦਾ ਜਾਂ ਕਿਸੇ ਧਾਰਮਿਕ ਸਥਾਨ ਦਾ ਵੱਡੇ ਟਰਸਟੀ ਲੱਗੇ ਦਿਖਾਈ ਦੇ ਰਹੇ ਆ, ਜਾਂ ਤੁਹਾਨੂੰ ਸਰਮਾਏਦਾਰਾਂ ਚੋਂ ਜਾਂ ਵੱਡੇ ਲੋਕ ਜਿਹੜੇ ਉਹਨਾਂ 'ਚ ਕੋਈ ਲਾਈਨ 'ਚ ਲੱਗਾ ਦਿਖਾਈ ਦੇ ਰਿਹਾ? ਉਹਨਾਂ ਨੇ ਤਾਂ ਆਪਣੀਆਂ ਚੀਜ਼ਾਂ ਸਾਂਭ ਲਈਆਂ। ਦੂਜੀ ਗੱਲ, ਤੁਸੀਂ ਇੱਕ ਗੱਲ ਜਿਹੜੀ ਬੜੀ ਇੰਪੋਰਟੈਂਟ ਇਹ ਹੈ ਕਿ ਮੋਦੀ ਸਾਹਿਬ ਜਦੋਂ ਐਲਾਨ ਕਰ ਰਹੇ ਸੀ 8:35 ਤੇ ਭਾਸ਼ਣ ਕਰ ਰਹੇ ਸੀ ਜਿਸ ਦਿਨ ਰਾਤ ਨੂੰ, ਉਸ ਦਿਨ ਜਦੋਂ ਐਲਾਨ ਕਰ ਰਹੇ ਸੀ ਤਾਂ ਐਲਾਨ ਕਰਦਿਆਂ ਹੀ ਇਹ ਗੱਲ ਸਾਹਮਣੇ ਆ ਗਈ ਦੁਨੀਆ ਦੇ ਸਾਹਮਣੇ ਵੀ ਅਸਲ ਦੇ ਵਿੱਚ ਇਸ ਐਲਾਨ ਦੇ ਪਿੱਛੇ ਮਨਸ਼ਾ ਕੀ ਹੈ। ਕਿਉਂਕਿ ਜਦੋਂ ਐਲਾਨ ਕਰ ਰਹੇ ਸੀ, ਉਸ ਐਲਾਨ ਕਰਨ ਤੋਂ 3 ਮਹੀਨੇ ਪਹਿਲਾਂ ਦੇ ਜਿਹੜੇ ਬੈਂਕਾਂ ਦੇ ਵਿੱਚ ਡਿਪੋਜ਼ਿਟਸ ਹੋਏ ਨੇ, ਉਹ 24-25% ਵੱਧ ਗਏ ਹੋਏ ਸੀ। ਯਾਨੀ 3 ਮਹੀਨੇ ਪਹਿਲੇ ਲੋਕਾਂ ਨੂੰ ਪਤਾ ਲੱਗ ਚੁੱਕਾ ਸੀ। ਇਹਨਾਂ ਦੇ ਜਿਹੜੇ ਉਹ ਲੋਕ ਹੈ, ਚਾਹੇ ਬੀਜੇਪੀ ਵਾਲੇ, ਚਾਹੇ ਵੱਡੇ ਸਰਮਾਏਦਾਰ ਬਾਕੀ ਲੋਕ ਹੈ, ਉਹਨਾਂ ਨੂੰ ਪਹਿਲੇ ਪਤਾ ਲੱਗ ਗਿਆ ਸੀ। ਇਸ ਕਰਕੇ ਉਹਨਾਂ ਨੇ ਜਿਹੜਾ ਹੌਲੀ-ਹੌਲੀ ਡਿਪੋਜ਼ਿਟਸ ਵੀ ਕਰਾਉਣੀਆਂ ਸ਼ੁਰੂ ਕਰਤੀਆਂ ਤੇ ਆਪਣੀ ਬਲੈਕ ਮਨੀ ਜਿਹੜੀ ਥੋੜੀ ਬਹੁਤ ਵੀ ਕੈਸ਼ ਦੇ ਰੂਪ ਚ ਉਹਨਾਂ ਕੋਲ ਸੀ, ਉਹ ਟਿਕਾਣੇ ਲਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਇੱਕ ਅਖਬਾਰ ਹੈ ਦੈਨਿਕ ਜਾਗਰਣ। ਦੈਨਿਕ ਜਾਗਰਣ RSS ਦਾ ਅਖਬਾਰ ਹੈ ਤੇ ਉਸ ਅਖਬਾਰ ਦੇ ਵਿੱਚ 4 ਮਹੀਨੇ ਪਹਿਲਾਂ ਹੀ, 5 ਮਹੀਨੇ ਪਹਿਲਾਂ ਹੀ ਇਹ ਖਬਰ ਲੱਗ ਚੁੱਕੀ ਸੀ ਵੀ 500 ਤੇ 1000 ਦੇ ਨੋਟ ਬੰਦ ਹੋਣ ਜਾ ਰਹੇ ਆ ਤੇ 2000 ਦਾ ਨਵਾਂ ਨੋਟ ਆਏਗਾ। ਮੋਦੀ ਸਾਹਿਬ ਕਹਿੰਦੇ ਕਿਸੇ ਨੂੰ ਪਤਾ ਹੀ ਨਹੀਂ। ਜਦੋਂ ਆਪਣਾ ਭਾਸ਼ਣ ਕਰਦੇ ਵੀ ਸਿਰਫ ਮੈਂ ਤਾਂ ਹੁਣੇ ਉੱਠ ਕੇ ਆਇਆ, ਅਸੀਂ ਤਾਂ ਮੀਟਿੰਗ ਕੀਤੀ ਕੈਬਨਿਟ ਦੀ ਤੇ ਉਹਦੇ 'ਚ ਜਿਹੜੇ ਮੰਤਰੀ ਉਹ ਇੱਕ ਕਮਰੇ 'ਚ ਹੀ ਬੈਠੇ ਆ, ਮੈਂ ਤੁਹਾਡੇ ਕੋਲ ਭਾਸ਼ਣ ਕਰਨ ਆ ਗਿਆ। ਇਹ ਗੱਲਾਂ ਯਕੀਨ ਨਹੀਂ, ਇਹਨਾਂ ਗੱਲਾਂ ਤੇ ਯਕੀਨ ਨਹੀਂ ਆਉਂਦਾ। ਫਿਰ ਅਗਲੀ ਗੱਲ ਇਹ ਹੈ ਕਿ 2000 ਦਾ ਜਿਹੜਾ ਨਵਾਂ ਨੋਟ ਜਾਰੀ ਹੋਇਆ, ਪਹਿਲਾਂ ਤਾਂ ਉਹ ਨੋਟ ਹੀ ਦੇਖਣ ਨੂੰ ਜਾਲੀ ਲੱਗਦਾ ਤੇ ਉਹ ਨਾਲ ਦੀ ਨਾਲ ਹੀ ਜਾਲੀ ਨੋਟ ਵੀ ਉਹਦੇ ਆ ਗਏ ਸਾਹਮਣੇ। ਹਾਲੇ ਉਹ ਨੋਟ ਯਾਨੀ ਬੈਂਕਾਂ 'ਚ ਆਇਆ ਵੀ ਨਹੀਂ ਸੀ, ਉਸ ਤੋਂ ਪਹਿਲੇ ਮਾਰਕੀਟ 'ਚ 2000 ਦਾ ਨੋਟ ਜਾਲੀ ਨੋਟ ਆ ਗਿਆ ਸੀ। ਇਹ ਕਹਿੰਦੇ ਕਿਸੇ ਨੂੰ ਪਤਾ ਹੀ ਨਹੀਂ। ਇਹਦੇ ਨਾਲ ਹੀ ਜੁੜਦੀ ਹੋਈ ਗੱਲ ਇਹ ਹੈ ਕਿ ਰਘੂਰਾਮ ਰਾਜਨ ਜਿਹੜਾ ਗਵਰਨਰ ਸੀ ਭਾਰਤੀ ਰਿਜ਼ਰਵ ਬੈਂਕ ਦਾ, ਰਿਜ਼ਰਵ ਬੈਂਕ ਆਫ ਇੰਡੀਆ ਦਾ, ਉਹ ਜਦੋਂ ਗਵਰਨਰ ਸੀ ਉਦੋਂ ਤੇ ਹੀ 2000 ਦੇ ਨੋਟ ਛਾਪ ਰਹੇ। ਜਿਹੜੀ ਸਰਕਾਰ ਦਾ ਦਾਅਵਾ ਹੈ ਵੀ 6 ਮਹੀਨੇ ਤੋਂ ਅਸੀਂ ਨੋਟ ਛਾਪ ਰਹੇ ਸੀ। 6 ਮਹੀਨੇ ਤੋਂ ਤੁਸੀਂ ਨੋਟ ਛਾਪ ਰਹੇ ਸੀ 2000 ਦੇ ਨਵੇਂ ਨੋਟ, ਤੇ ਦਸਤਖਤ ਉਹਦੇ ਤੇ ਕਿਹਦੇ ਆ? ਜਿਹੜਾ ਸਤੰਬਰ ਮਹੀਨੇ 'ਚ ਗਵਰਨਰ ਤੁਸੀਂ ਲਾਇਆ, ਉਹ ਕੌਣ ਹੈ? ਉਰਜਿਤ ਪਟੇਲ। ਉਹ ਉਰਜਿਤ ਪਟੇਲ ਹੈਗਾ ਅੰਬਾਨੀਆਂ ਦਾ ਜੀਜਾ,
ਜਾਨੀ ਇੱਕ ਹੋਰ ਮੈਂ ਤੁਹਾਨੂੰ ਦੇਖੋ, ਇਹਨੂੰ ਤੁਸੀਂ ਕੋਈ ਇੰਸੀਡੈਂਟ ਨਹੀਂ ਕਹਿ ਸਕਦੇ, ਇੱਕ ਜੀਓ ਮੋਬਾਈਲ ਸਿਮ ਜਿਹੜਾ ਜਾਰੀ ਕੀਤਾ ਅੰਬਾਨੀਆਂ ਨੇ ਜੀ, ਉਹਦੇ 'ਚ 30 ਦਸੰਬਰ ਤੱਕ ਕਿਹਾ ਗਿਆ ਵੀ ਇਹ ਫ੍ਰੀ ਹੈ, 30 ਦਸੰਬਰ ਤੱਕ ਲਓ, 30 ਦਸੰਬਰ ਤੋਂ ਬਾਅਦ ਤੁਹਾਨੂੰ ਇਹਦੇ ਪੈਸੇ ਪੇ ਕਰਨੇ ਪੈਣੇ ਆ। ਤੁਸੀਂ ਦੇਖੋ, ਇਹ ਕੋਈ ਇੰਸੀਡੈਂਟ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਹਿ ਰਹੇ ਵੀ 30 ਦਸੰਬਰ ਤੱਕ ਪੈਸੇ ਜਮ੍ਹਾਂ ਕਰਾ ਦਿਓ, 30 ਦਸੰਬਰ ਤੱਕ ਤੁਹਾਨੂੰ 50 ਦਿਨ ਖੁੱਲ੍ਹ ਹੈ, ਉਸ ਤੋਂ ਬਾਅਦ ਤੁਹਾਡੀ ਜਿਹੜੀ ਬਲੈਕ ਮਨੀ ਅਸੀਂ ਜ਼ਬਤ ਕਰਨਾ ਨਹੀਂ। ਮਤਲਬ 30 ਦਸੰਬਰ ਤੇ ਇੱਧਰ ਵੀ 30 ਦਸੰਬਰ, ਇਹ ਜਿਹੜੀ ਇੱਕ ਮਿਲੀ ਭੁਗਤ ਆ ਅੰਬਾਨੀਆਂ ਦੇ ਨਾਲ। ਅੰਬਾਨੀਆਂ ਦਾ ਗਵਰਨਰ ਲਾਉਣਾ, ਅੰਬਾਨੀਆਂ ਦਾ ਗਵਰਨਰ ਹੋਵੇ ਤਾਂ ਉਹਨਾਂ ਨੂੰ ਪਤਾ ਨਾ ਹੋਊਗਾ ਵੀ ਨੋਟ ਬੰਦ ਹੋਣ ਡਏ ਆ। ਦੂਜੀ ਗੱਲ, ਅੰਬਾਨੀ, ਟਾਟਾ, ਇਹਨਾਂ ਲੋਕਾਂ ਨੇ ਕੈਸ਼ ਦੇ ਰੂਪ ਦੇ ਵਿੱਚ ਬਲੈਕ ਮਨੀ ਨਹੀਂ ਕਿਤੇ ਵੀ ਰੱਖੀ ਹੋਈ, ਜਾਂ ਬਾਦਲਾਂ ਨੇ ਕੋਈ ਕੈਸ਼ ਦੇ ਰੂਪ ਵਿੱਚ ਬਲੈਕ ਮਨੀ ਰੱਖੀ ਹੋਈ ਹੈ। ਕੁੱਤੇ ਬਿੱਲੀਆਂ ਦੇ ਨਾਂ ਦੇ ਉੱਤੇ ਬੇਨਾਮੀ ਜਾਇਦਾਦਾਂ ਬਣਾਈਆਂ ਹੋਈਆਂ ਨੇ ਵੱਡੇ ਲੋਕਾਂ ਨੇ। ਇਸ ਕਰਕੇ ਇਹਦਾ ਸਿੱਧਾ ਅਸਰ ਜਿਹੜਾ ਸਧਾਰਨ ਬੰਦੇ ਤੇ ਹੈ। ਸਧਾਰਨ ਬੰਦਾ, ਬਿਲਕੁਲ ਸਧਾਰਨ ਬੰਦਾ। ਮੈਂ ਉਸੇ ਦਿਨ ਕਿਹਾ ਸੀ, ਉਸ ਦਿਨ ਆਪਣਾ ਕਿਉਂਕਿ ਰੋਜ਼ ਪ੍ਰੋਗਰਾਮ ਨਹੀਂ ਹੁੰਦਾ, ਮੈਂ ਕਿਸੇ ਹੋਰ ਪ੍ਰੋਗਰਾਮ 'ਚ ਟੋਰਾਂਟੋ ਗੱਲ ਕਰ ਰਿਹਾ ਸੀ, ਮੈਂ ਉਸੇ ਦਿਨ ਕਿਹਾ ਸੀ ਕਿ ਇਹਦਾ ਨਤੀਜਾ ਇਹ ਨਿਕਲਣਾ ਹੈ ਕਿ ਆਮ ਬੰਦਾ ਜਿਹੜਾ ਉਹ ਇੰਨਾ ਪਰੇਸ਼ਾਨ ਹੋ ਜਾਣਾ ਹੈ ਵੀ ਇਹਦੇ 'ਚ ਖੁਦਕੁਸ਼ੀਆਂ ਦਾ ਰੁਝਾਨ ਵੀ ਪੈਦਾ ਹੋ ਸਕਦਾ ਹੈ। ਤੇ ਹੁਣ ਤੱਕ 7-8 ਖੁਦਕੁਸ਼ੀਆਂ ਇਹਦੇ 'ਚ ਹੋ ਚੁੱਕੀਆਂ ਸਿਰਫ ਇਸ ਕਰਕੇ। ਤੇ ਹਾਲੇ ਵੀ ਇਸ ਚੀਜ਼ ਨੂੰ ਸਮਝਿਆ ਨਹੀਂ ਜਾ ਰਿਹਾ। ਹੁਣ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਗਿਆ ਤੇ ਓਪੋਜੀਸ਼ਨ ਆਪਣੇ ਤਰੀਕੇ ਨਾਲ ਗੱਲ ਉਠਾਏਗਾ, ਪਰ ਓਵਰਆਲ ਨਰਿੰਦਰ ਮੋਦੀ ਦਾ ਇਹ ਤੁਰਪ ਦਾ ਪੱਤਾ ਉਹਨਾਂ ਦੇ ਖਿਲਾਫ ਹੀ ਜਾਏਗਾ। ਘੱਟੋ ਘੱਟ ਸਧਾਰਨ ਲੋਕ ਜਿਹੜੇ ਹੈ, ਸੁਆਣੀਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ, ਸਾਡੀਆਂ ਮਾਤਾਵਾਂ ਜਿਹੜੀਆਂ ਘਰਾਂ ਦੇ ਵਿੱਚ ਇੱਕ ਰੂਟੀਨ ਦੇ ਵਿੱਚ ਇੱਕ ਸਮਾਨ ਸੇਵਿੰਗ ਉਹਨਾਂ ਕੋਲ ਹੁੰਦੀ ਹੈ, ਜਿਹੜੇ ਚੁੱਪ ਚੁਪੀਤੇ ਆਪਣਾ ਘਰ ਚਲਾਉਣ ਵਾਸਤੇ ਸੇਵਿੰਗ ਕਰਦੇ ਆ, ਉਹਨਾਂ ਵਾਸਤੇ ਦਿੱਕਤ ਆ ਗਈ ਹੈ, ਬਹੁਤ ਵੱਡੀ ਦਿੱਕਤ ਆ ਗਈ ਹੈ। ਉਹ ਕੀ ਕਰਨ? ਫਿਰ ਜਿਵੇਂ ਗੋਲਡ ਦੀਆਂ ਕੀਮਤਾਂ ਇੱਕਦਮ ਸ਼ੂਟ ਕੀਤੀਆਂ, 1.5 ਲੱਖ ਨੂੰ ਤੋਲਾ ਗੋਲਡ ਵਿਕਿਆ, ਉਹ ਇੱਕ ਬਲੈਕ ਮਨੀ ਦਾ ਨਵਾਂ ਸੋਰਸ ਪੈਦਾ ਕਰ ਦਿੱਤਾ ਗਿਆ। ਦੂਜੀ ਗੱਲ, ਜਿਹੜਾ ਕਹਿੰਦੇ ਅਸੀਂ ਬਲੈਕ ਮਨੀ ਨੂੰ ਕੰਟਰੋਲ ਕਰਨਾ ਇਹਦੇ ਨਾਲ, ਤੇ ਉਹ ਨਾਲ ਦੀ ਨਾਲ 2000 ਦਾ ਜਾਲੀ ਨੋਟ ਵੀ ਆ ਗਿਆ। ਤੇ 2000 ਦਾ ਮਤਲਬ ਇਹ ਹੈ ਕਿ ਅੱਗੇ 1000 ਦਾ ਨੋਟ ਸੀ, ਹੁਣ 2000 ਦਾ ਨੋਟ ਸੀ। ਜੇ ਕੋਈ ਬਲੈਕ ਮਨੀ ਲੈ ਕੇ ਜਾਂਦਾ ਸੀ 1 ਲੱਖ ਰੁਪਏ ਮੰਨ ਲਓ ਉਹਨੇ ਲੈ ਕੇ ਜਾਣਾ, ਤੇ 100 ਨੋਟ ਲਿਆਣੇ ਪੈਂਦੇ ਸੀ, ਹੁਣ 50 ਨੋਟਾਂ ਦਾ ਸਰਜਿਆ ਕਰਨਾ। ਜੀ ਬਿਲਕੁਲ। ਸੋ ਬਲੈਕ ਮਨੀ ਡਬਲ ਕਰ ਦਿੱਤੀ ਗਈ ਹੈ। ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦੀ ਰਾਜਨੀਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਬਹੁਤ ਸਾਰੀਆਂ ਇਹਦੇ ਨਾਲ ਜੁੜੀਆਂ ਹੋਰ ਗੱਲਾਂ ਹੈਗੀਆਂ, ਪਰ ਸਮਾਂ ਆਪਣੇ ਕੋਲ ਘੱਟ ਹੈ, ਉਹਦੇ ਪ੍ਰੋਗਰਾਮਾਂ 'ਚ ਕਰਾਂਗੇ। ਅਲਟੀਮੇਟਲੀ ਇਹ ਸਿੱਧੇ ਤੌਰ ਦੇ ਉੱਤੇ ਲੋਕਾਂ ਤੇ ਹਮਲਾ ਹੈ। ਤੇ ਜਿਹੜੀ ਵਿਦੇਸ਼ਾਂ 'ਚ ਲੱਖਾਂ ਕਰੋੜਾਂ ਜਿਹੜੀ ਬਲੈਕ ਮਨੀ ਪਈ, ਜਿਹਦੀ 600 ਬੰਦਿਆਂ ਦੀ ਲਿਸਟ ਪ੍ਰਧਾਨ ਮੰਤਰੀ ਦੇ ਕੋਲ ਹੈ, ਉਹ ਕਿਉਂ ਨਹੀਂ ਉਹ ਜਾਰੀ ਕਰਦੇ? ਕੀ ਪ੍ਰਧਾਨ ਮੰਤਰੀ ਜਨਾਰਦਨ ਰੈਡੀ ਦੇ ਉੱਤੇ ਕੋਈ ਐਕਸ਼ਨ ਕਰਨਗੇ? ਜਨਾਰਦਨ ਰੈਡੀ ਕਰਨਾਟਕਾ ਦੇ ਵਿੱਚ, ਮੈਂ ਤੁਹਾਨੂੰ ਤਾਜ਼ੀ ਖਬਰ ਦੱਸਣ ਲੱਗਾ ਵੀ ਜਨਾਰਦਨ ਰੈਡੀ ਕਰਨਾਟਕਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀ ਰਿਹਾ, ਭਾਜਪਾ ਦੀ ਸਰਕਾਰ 'ਚ ਮੰਤਰੀ ਰਿਹਾ ਜਨਾਰਦਨ ਰੈਡੀ। ਉਹਦੀ ਬੇਟੀ ਦਾ ਵਿਆਹ ਹੋਣਾ, ਬੇਟੀ ਦਾ 500 ਕਰੋੜ ਰੁਪਏ ਉਹਦੀ ਧੀ ਦੇ ਵਿਆਹ ਤੇ ਖਰਚ ਕੀਤੇ ਜਾਣੇ ਆ। ਇਹ ਕੌਣ ਹੈ ਜਨਾਰਦਨ ਰੈਡੀ? ਇੱਕ ਤਾਂ ਮੈਂ ਦੱਸਦਾ ਬੀਜੇਪੀ 'ਚ ਮੰਤਰੀ ਰਿਹਾ, ਜਿਹੜਾ ਮਾਈਨਿੰਗ ਘੁਟਾਲਾ ਹੋਇਆ ਸੀ ਉਹ 'ਚ 3 ਸਾਲ ਜੇਲ੍ਹ ਵੀ ਇਸ ਬੰਦੇ ਨੇ ਕੱਟੀ ਹੈ, ਹੁਣ ਉਹ ਜ਼ਮਾਨਤ ਤੇ ਹੈ ਜੀ। ਤੇ ਵਿਆਹ ਹੋ ਰਿਹਾ, ਐਲਾਨੀਆਂ 500 ਕਰੋੜ ਰੁਪਏ ਖਰਚ ਰਿਹਾ, ਤੇ ਉਸ ਤੋਂ ਬਿਨਾਂ ਕਿੰਨੇ ਖਰਚਣੇ ਪਤਾ ਨਹੀਂ। ਉੱਥੇ ਬੀਜੇਪੀ ਆਪਣੇ ਹੀ ਇੱਕ ਸਾਬਕਾ ਮੰਤਰੀ ਜਿਹੜਾ 500 ਕਰੋੜ ਰੁਪਏ ਖਰਚ ਕਰ ਰਿਹਾ, ਕਿੱਥੋਂ ਲਿਆ ਰਿਹਾ? ਉਹ ਐਲਾਨੀਆਂ 500 ਕਰੋੜ ਖਰਚ ਰਿਹਾ ਆਪਣੀ ਕੁੜੀ ਦੇ ਵਿਆਹ ਤੇ ਜਿਹੜੇ ਬਾਕੀ ਬਿਨਾਂ ਐਲਾਨ ਤੋਂ ਜਿਹੜੇ ਖਰਚ ਕਰਨੇ ਉਹ ਵੱਖਰੇ ਆ। ਬਕਾਇਦਾ ਜਿਹੜਾ ਸੈੱਟ ਬਣਾਇਆ ਜਾ ਰਿਹਾ ਉੱਥੇ ਕੁੜੀ ਦੇ ਵਿਆਹ ਲਈ, 8 ਬਾਲੀਵੁੱਡ ਦੇ ਡਾਇਰੈਕਟਰ ਉੱਥੇ ਬੁਲਾਏ ਗਏ ਆ। ਜਿਹੜਾ ਗੈਸਟਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਉਹ ਵੀਡੀਓ ਇਨਵੀਟੇਸ਼ਨ ਕਾਰਡ ਹੈ, LCD ਸਕਰੀਨ ਉੱਤੇ ਲੱਗੀ ਹੋਈ ਹੈ, ਜਿੱਥੇ ਮੁੰਡੇ ਕੁੜੀ ਦਾ ਨਾਂ ਆਉਂਦਾ, ਫਿਰ ਰੈਡੀ ਪਰਿਵਾਰ ਦਾ ਆਉਂਦਾ, ਫਿਰ ਅਤਿਥੀ ਦੇਵ ਭਵ ਦਾ ਗਾਣਾ ਉਹ 'ਚ ਦਿਖਾਈ ਦਿੰਦਾ। ਤੇ ਇਸ ਕਾਰਡ ਨੂੰ ਬਣਾਉਣ ਤੇ 1 ਕਰੋੜ ਰੁਪਏ ਦਾ ਖਰਚਾ ਹੈ। ਜਿਹੜੀ ਲਾੜੀ ਆ, ਕੁੜੀ ਆ ਜਨਾਰਦਨ ਰੈਡੀ ਦੀ, 100 ਕਰੋੜ ਰੁਪਏ ਦੇ ਉਹਦੇ ਗਹਿਣੇ ਤਿਆਰ ਕੀਤੇ ਗਏ ਐਲਾਨੀਆਂ। ਉੱਥੇ ਇਨਕਮ ਟੈਕਸ ਮਹਿਕਮਾ ਕਿੱਥੇ ਹੈ? ਉੱਥੇ ਮੋਦੀ ਸਾਹਿਬ ਕਿੱਥੇ ਹੈ? ਜਿਹੜੇ ਕਹਿੰਦੇ ਆ, ਕੱਲ ਭਾਸ਼ਣ ਸੁਣਿਆ ਉਹਨਾਂ ਦਾ ਮੈਂ, ਮੋਦੀ ਸਾਹਿਬ ਕਹਿੰਦੇ ਵੀ ਜਿਹੜੇ 2.5 ਲੱਖ ਰੁਪਈਆ ਸਾਡੀਆਂ ਬੀਬੀਆਂ ਭੈਣਾਂ ਆਪਣੇ ਖਾਤੇ 'ਚ ਜਮ੍ਹਾਂ ਕਰਾ ਦੇਣਗੀਆਂ, ਮੈਂ ਉਹਨਾਂ ਨੂੰ ਕੱਖ ਨਹੀਂ ਕਹਿੰਦਾ, 2.5 ਕਰੋੜ ਵਾਲੇ ਨੂੰ ਮੈਂ ਛੱਡਣਾ ਨਹੀਂ। ਇਹ ਮੋਦੀ ਸਾਹਿਬ ਦਾ ਕਹਿਣਾ ਆ। ਤਾਂ 500 ਕਰੋੜ ਰੁਪਏ ਉਹਨਾਂ ਦੇ ਸਾਹਮਣੇ ਉਹਨਾਂ ਦਾ ਸਾਬਕਾ ਮੰਤਰੀ ਖਰਚ ਕਰ ਰਿਹਾ ਆਪਣੀ ਕੁੜੀ ਦੇ ਵਿਆਹ ਤੇ, ਕਿੰਨੀ ਬਲੈਕ ਮਨੀ ਉਹਦੇ ਕੋਲ ਹੋਊਗੀ? ਇਹ ਮੋਦੀ ਸਾਹਿਬ ਨੂੰ ਦਿਖਾਈ ਨਹੀਂ ਦੇ ਰਿਹਾ। ਸੋ ਲੋਕਾਂ ਨੂੰ ਮੂਰਖ ਬਣਾਉਣ ਦੀ ਰਾਜਨੀਤੀ ਜਿਹੜੀ ਹੈ ਹਿੰਦੁਸਤਾਨ ਚੱਲ ਰਹੀ ਹੈ। ਲੋਕ ਕਿੰਨੀ ਕੁ ਦੇਰ ਤੱਕ ਮੂਰਖ ਬਣਦੇ ਰਹਿਣਗੇ, ਇਹ ਵੱਡਾ ਸਵਾਲ ਹੈ। ਲੋਕਾਂ ਦੇ ਮਸਤਕ 'ਚ ਕਦੋਂ ਤੀਸਰੀ ਅੱਖ ਉੱਗੇਗੀ ਜਿਹੜੀ ਇਹ ਸਾਰੀ ਚੀਜ਼ ਨੂੰ ਦੇਖ ਸਕੇਗੀ? ਇਹ ਸਾਡੇ ਸਾਹਮਣੇ ਇੱਕ ਬਹੁਤ ਹੀ ਬਰਨਿੰਗ ਕੁਐਸਚਨ ਸਾਡੇ ਸਾਹਮਣੇ ਖੜਾ ਹੈ। ਇਹਦੇ ਜਵਾਬ ਵੀ ਆਉਣ ਵਾਲੇ ਸਮੇਂ 'ਚ ਬੜੀ ਜਲਦੀ ਮਿਲਣ ਵਾਲੇ ਹੈ ਜੀ। ਬਿਲਕੁਲ ਸੁਸ਼ੀਲ ਜੀ, ਆਪਾਂ ਸਮਾਪਤੀ ਵਾਲੇ ਹਾਂ। ਮੇਰਾ ਆਖਰੀ ਸਵਾਲ ਹੈ ਕਿ ਭਾਰਤ ਦੇ ਲੋਕਾਂ ਨੂੰ ਭੁੱਲਣ ਦੀ ਆਦਤ ਆ, ਜਾਂ ਜਿਹੜੇ ਲੀਡਰ ਆ ਕੋਈ ਹੋਰ ਜੁਮਲਾ ਚਲਾ ਕੇ ਤਾਂ ਉਹ ਵੋਟਾਂ ਲੈ ਲੈਂਦੇ ਆ, ਤੇ ਕੀ ਇਸੇ ਤਰ੍ਹਾਂ ਮੋਦੀ ਦੇ ਹੋਰ ਜੁਮਲੇ ਆਉਣਗੇ ਅਗਲੀਆਂ ਇਲੈਕਸ਼ਨਾਂ ਤੱਕ? ਬਿਲਕੁਲ, ਦੇਖੋ ਅਸੀਂ ਜੁਮਲੇਬਾਜ਼ ਲੀਡਰਾਂ ਦੀ ਰਹਿਮੋ ਕਰਮ ਤੇ ਹੈ।
ਸਾਡੀ ਮਾਨਸਿਕਤਾ ਜਿਹੜੀ ਇਸ ਤਰ੍ਹਾਂ ਡਿਜ਼ਾਈਨ ਹੋ ਗਈ ਹੈ ਵੀ ਅਸੀਂ ਬੜੀ ਛੇਤੀ ਭੁੱਲ ਜਾਂਦੇ ਹਾਂ। ਅਸੀਂ ਭੁੱਲਣਹਾਰ ਲੋਕ ਹਾਂ, ਜਿੱਦਾਂ ਤੁਸੀਂ ਵੀ ਗੱਲ ਕਹੀ ਹੈ, ਬੜੀ ਜਲਦੀ ਭੁੱਲ ਜਾਂਦੇ। ਸਾਡੀ ਮਾਨਸਿਕਤਾ 'ਚ ਹੈ। ਅਸੀਂ ਹਿੰਦੁਸਤਾਨ ਦੇ ਲੋਕ ਹਰ ਉਸ ਗੈਰ ਜ਼ਰੂਰੀ ਜਿਹੜਾ ਇਸ਼ੂ ਹੁੰਦਾ ਉਹਨੂੰ ਪ੍ਰਮੁੱਖ ਇਸ਼ੂ ਦੇ ਤੌਰ ਦੇ ਉੱਤੇ ਲੈ ਲੈਂਦੇ ਆ। ਇਸ ਕਰਕੇ ਬੜੀ ਜਲਦੀ ਅਸੀਂ ਜਿਹੜਾ ਪਿਛਲੀ ਵਾਰ ਸਾਡੇ ਨਾਲ ਜਿਹੜਾ ਧੋਖਾ ਉਹਨੂੰ ਭੁੱਲ ਜਾਂਦੇ ਆ। ਮੇਰੀ ਗਜ਼ਲ ਦਾ ਇੱਕ ਸ਼ੇਰ ਹੈ, ਜੇ ਮੈਨੂੰ ਯਾਦ ਆ ਜਾਵੇ, ਮੇਰੀ ਗਜ਼ਲ ਦਾ ਇੱਕ ਸ਼ੇਰ ਹੈ ਕਿ ਸਮੁੰਦਰ ਰੋਜ਼ ਆਪਣਾ ਨਾਮ ਲਿਖਵਾਉਂਦਾ ਹੈ ਨਦੀਆਂ ਤੇ। ਮਤਲਬ ਗਜ਼ਲ ਏਦਾਂ ਸ਼ੁਰੂ ਹੁੰਦੀ ਹੈ ਵੀ ਸਮੁੰਦਰ ਰੋਜ਼ ਆਪਣਾ ਨਾਮ ਲਿਖਵਾਉਂਦਾ ਹੈ ਨਦੀਆਂ ਤੇ ਆਪਣੀ ਪਿਆਸ ਦਾ ਇਲਜ਼ਾਮ ਵੀ ਲਾਉਂਦਾ ਹੈ ਨਦੀਆਂ ਤੇ। ਜਿਹਦੇ ਕਰਕੇ ਮੈਂ ਸ਼ੇਰ ਸੁਣਾਇਆ, ਉਹਦਾ ਅਗਲਾ ਸ਼ੇਰ ਅਸਲ 'ਚ ਇਹ ਹੈ ਜਿਹੜਾ ਜਿਹਦੇ ਕਰਕੇ ਮੈਂ ਜਿਹੜੀ ਗੱਲ ਤੁਸੀਂ ਕੀਤੀ ਉਹਦਾ ਜਵਾਬ ਹੈ ਵੀ ਅਜੇ ਵੀ ਭੋਲੀਆਂ ਮੱਛੀਆਂ ਨੂੰ ਨਾ ਇੰਨੀ ਸਮਝ ਆਈ, ਅਜੇ ਵੀ ਭੋਲੀਆਂ ਮੱਛੀਆਂ ਨੂੰ ਨਾ ਇੰਨੀ ਸਮਝ ਆਈ, ਸਮਾਧੀ ਰੋਜ਼ ਬਗਲਾ ਭਗਤ ਕਿਉਂ ਲਾਉਂਦਾ ਹੈ ਨਦੀਆਂ ਤੇ। ਇਹ ਬਗਲੇ ਭਗਤ ਨੇ ਤੇ ਅਸੀਂ ਤੁਸੀਂ ਭੋਲੀਆਂ ਮੱਛੀਆਂ। ਸਾਡੀ ਉਮੀਦ ਹੈ ਕਿ ਭੋਲੀਆਂ ਮੱਛੀਆਂ ਨੂੰ ਬੜੀ ਜਲਦੀ ਸਮਝ ਆਏਗੀ ਵੀ ਬਗਲਾ ਭਗਤ ਰੋਜ਼ ਸਾਡੇ ਗੋਡੇ ਮੁੜਾ ਕੇ ਸਮਾਧੀ ਕਿਉਂ ਲਾਉਂਦਾ ਹੈ। ਇਹ ਸਮਾਧੀ ਉਹਦੀ ਤੋੜਨੀ ਪੈਣੀ ਹੈ ਤੇ ਬਗਲੇ ਭਗਤ ਦੀ ਅਸਲੀਅਤ ਬੜੀ ਜਲਦੀ ਸਾਹਮਣੇ ਲਿਆਉਣੀ ਪੈਣੀ ਹੈ, ਤਾਂ ਹੀ ਹਿੰਦੁਸਤਾਨੀ ਆਵਾਮ ਦਾ ਭਲਾ ਹੋਏਗਾ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਰੋਤੇ ਸਨ ਸੁਸ਼ੀਲ ਦੋਸਾਂਝ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਉੱਥੇ ਕੀ ਹੋ ਰਿਹਾ, ਅਖਬਾਰਾਂ ਦੀਆਂ ਸੁਰਖੀਆਂ ਦੇ ਪਿੱਛੇ ਕੀ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।